ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਹਰਾ ਪਰ ਪੂਨ ਪੂਨ ਸੀਸਾ, ਪੂਨ ਪੂਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨੰਦ ਮੁਰਾਰੀ ਸੁਮਤ ਮਹਾਨੀ, ਮਹਾਪੁਰਖ ਸਿੱਖ ਆਤਮ ਗਿਆਨੀ। ਅਨੰਦ ਮੁਰਾਰੀ ਸੁਮਤ ਮਹਾਨੀ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ, ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਦਮਦਮੀ ਟਕਸਾਲ ਦੇ ਮੁੱਖ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ 84 ਦਾ ਜੋ ਤੀਸਰਾ ਘੱਲੂਘਾਰਾ ਵਾਪਰਿਆ,
ਉਸ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਆਪ ਸੰਗਤਾਂ ਅੱਜ ਦੂਸਰੇ ਦਿਨ ਦਾ ਇਹ ਸ਼ਹੀਦੀ ਸਮਾਗਮ ਹੈ। ਇਹਨਾਂ ਸ਼ਹੀਦੀ ਸਮਾਗਮਾਂ ਦੇ ਅੰਦਰ ਆਪ ਸੰਗਤ ਹਾਜ਼ਰੀ ਭਰ ਰਹੇ ਹੋ। ਆਪ ਸੰਗਤਾਂ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਰਾਗੀ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਸਾਧ ਸੰਗਤ ਜੀ, ਅੱਜ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਬਲੀ ਯੋਧੇ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਆਗਮਨ ਜਨਮ ਦਿਹਾੜਾ ਵੀ ਹੈ, ਕਿਉਂਕਿ 2 ਜੂਨ 1947 ਨੂੰ ਮਹਾਂਪੁਰਖਾਂ ਦਾ ਪਾਵਨ ਜਨਮ ਨਗਰ ਰੋਡੇ ਵਿਖੇ ਬਹੁਤ ਹੀ ਪਵਿੱਤਰ ਅਤੇ ਨਿਰਮਲ ਆਤਮਾ ਗੁਰਸਿੱਖੀ ਰਹਿਤ ਦੇ ਪ੍ਰਪੱਕ ਧਾਰਨੀ ਬਹੁਤ ਹੀ ਉੱਚੇ ਸੁੱਚੇ ਜੀਵਨ ਵਾਲੇ ਸਨਮਾਨਯੋਗ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਬਹੁਤ ਹੀ ਨਾਮ ਰਸ ਦੇ ਵਿੱਚ ਭਿੱਜੀ ਆਤਮਾ, ਨਿਰਛਲ ਆਤਮਾ, ਪਵਿੱਤਰ ਆਤਮਾ, ਤਪਸਵੀ ਆਤਮਾ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ ਅੱਜ ਦੇ ਦਿਨ ਮਹਾਂਪੁਰਖਾਂ ਦਾ ਪਾਵਨ ਜਨਮ ਹੋਇਆ। ਸਾਧ ਸੰਗਤ ਜੀ, ਜਿੱਥੇ ਮਹਾਂਪੁਰਖਾਂ ਦੇ ਪਿਤਾ ਜੀ ਗੁਰਬਾਣੀ ਦੇ ਬੜੇ ਪ੍ਰਪੱਕ ਨਿਤਨੇਮੀ ਸਨ, 5 ਕਕਾਰਾਂ ਦੀ ਰਹਿਤ ਦੇ ਪ੍ਰਪੱਕ ਧਾਰਨੀ ਸਨ ਔਰ 10 ਨਹੁੰ ਦੀ ਧਰਮ ਦੀ ਉੱਚੀ ਸੁੱਚੀ ਕਿਰਤ ਕਰਨ ਵਾਲੇ ਸਨ, ਹਮੇਸ਼ਾ ਗੁਰਮਤਿ ਦੇ ਸਿਧਾਂਤਾਂ ਦੇ ਉੱਤੇ ਅਟਲ ਦ੍ਰਿੜਤਾ ਪੂਰਵਕ ਅਡੋਲ ਪਹਿਰਾ ਦੇਣ ਵਾਲੇ ਸਨ। ਉੱਥੇ ਮਹਾਂਪੁਰਖਾਂ ਦੇ ਪੂਜਨੀਕ ਮਾਤਾ ਨਿਹਾਲ ਕੌਰ ਜੀ ਦੀ ਕਰਨੀ ਵੀ ਬੜੀ ਮਹਾਨ ਸੀ। ਤੁਸੀਂ ਦਰਸ਼ਨ ਕੀਤੇ ਆ, ਉਹਨਾਂ ਦੇ ਦਾਸ ਨੂੰ ਵੀ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਕਿ ਉਹਨਾਂ ਦੇ ਪਵਿੱਤਰ ਹੱਥਾਂ ਦੇ ਵਿੱਚ ਹਮੇਸ਼ਾ ਇੱਕ ਮਾਲਾ ਰਹਿੰਦੀ ਸੀ, ਜਿਸ ਮਾਲਾ ਦੇ ਨਾਲ ਉਹ ਸਾਰਾ ਦਿਨ ਮੂਲ ਮੰਤਰ ਦਾ ਜਾਪ ਕਰਦੇ ਸਨ। ਔਰ ਤੁਸੀਂ ਹੈਰਾਨ ਹੋਵੋਗੇ ਕਿ ਕਿੰਨਾ ਕੁ ਅਭਿਆਸ ਸੀ ਉਸ ਮਾਤਾ ਦਾ। 101 ਪੱਕੀ ਮਾਲਾ ਮੂਲ ਮੰਤਰ ਦੀ ਫੇਰਨੀ, 36 ਮਾਲਾ ਮੂਲ ਮੰਤਰ ਦੀਆਂ ਫੇਰਨ ਲਈ ਦਿਨ ਦਾ ਬਹੁਤ ਲੰਮਾ ਹਿੱਸਾ ਲੱਗ ਜਾਂਦਾ। 24 ਘੰਟਿਆਂ ਵਿੱਚੋਂ 10-12 ਘੰਟੇ ਜੇ 36 ਮਾਲਾ ਫੇਰਨੀਆਂ ਹੋਣ ਮੂਲ ਮੰਤਰ ਦੀਆਂ ਤਾਂ ਲੱਗ ਜਾਂਦੇ ਐ। ਜਿਨ੍ਹਾਂ ਗੁਰਮੁਖਾਂ ਦਾ ਅਭਿਆਸ ਪਰਪੱਕ ਹੋ ਜਾਂਦਾ ਉਹਨਾਂ ਨੂੰ ਕਈ ਵਾਰੀ ਘੱਟ ਸਮਾਂ ਵੀ ਲੱਗਦਾ ਹੈ, ਪਰ ਮਾਤਾ ਜੀ 101 ਪੱਕੀਆਂ ਮਾਲਾ ਮੂਲ ਮੰਤਰ ਦੀਆਂ ਫੇਰਦੇ ਸਨ। ਔਰ ਹੋਰ ਵੀ ਉਹਨਾਂ ਦੇ ਉੱਤੇ ਇੱਕ ਵੱਡੀ ਕਿਰਪਾ ਦੇਖੀ ਹੈ ਕਿ ਜਦੋਂ ਵੀ ਉਹਨਾਂ ਨੇ ਪ੍ਰਸ਼ਾਦਾ ਤਿਆਰ ਕਰਨਾ, ਬੜੀ ਸੁਚਮਤਾ ਦੇ ਨਾਲ ਮੂੰਹ ਦੇ ਉੱਤੇ ਵਸਤਰ ਲੈ ਕੇ ਚਿਹਰਾ ਐਨ ਚੰਗੀ ਤਰ੍ਹਾਂ ਢੱਕ ਕੇ ਬਰਤਨ ਸੁਆਹ ਅਤੇ ਰੇਤ ਨਾਲ ਚੰਗੀ ਤਰ੍ਹਾਂ ਸੁਚਮ ਦੇ ਨਾਲ ਉਹਨਾਂ ਨੂੰ ਪਵਿੱਤਰ ਕਰਨਾ, ਸੁਖਮਾਂਜ ਕਰਨਾ ਔਰ ਸਿਮਰਨ ਕਰਦਿਆਂ ਆਟਾ ਗੁੰਨਣਾ, ਦਾਲ ਸਬਜ਼ੀ ਜੋ ਘਰ ਵਿੱਚ ਆ ਉਹ ਤਿਆਰ ਕਰਨੀ। ਫਿਰ 5 ਪ੍ਰਸ਼ਾਦੇ ਪਕਾ ਕੇ ਥਾਲੀ ਵਿੱਚ ਸਜਾ ਕੇ ਔਰ ਉੱਤੇ ਵਸਤਰ ਦੇ ਕੇ ਕੋਲੇ ਜਲ ਰੱਖ ਕੇ ਆਪਣੀ ਸ੍ਰੀ ਸਾਹਿਬ ਆਪ ਮਾਂਜ ਕੇ ਸੁੱਕ ਮਾਂਜ ਕਰਕੇ ਉਹ ਸਾਰੇ ਬਰਤਨਾਂ ਨੂੰ ਸੁੱਕ ਮਾਂਜ ਰੱਖਿਆ ਕਰਦੇ ਸਨ। ਪੁਰਾਤਨ ਗੁਰਸਿੱਖ ਬਰਤਨਾਂ ਦੀ ਜਿਹੜੀ ਸੁਚਮਤਾ ਸੀ ਉਸ ਨੂੰ ਸੁੱਕ ਮਾਂਜ ਦੇ ਰੂਪ ਵਿੱਚ ਐਨ ਰੇਤੇ ਨਾਲ ਹੀ ਮਾਂਜ ਕੇ ਸੁਕਾ ਲੈਣੇ, ਸਵਾਹ ਨਾਲ ਸੁਕਾ ਲੈਣੇ। ਚਲੋ ਧੋਣ ਦਾ ਵੀ ਕੋਈ ਡਰ ਨਹੀਂ ਹੈ, ਕਈ ਵਾਰੀ ਬਰਤਨਾਂ ਵਿੱਚ ਰੇਤਾ ਅਤੇ ਸਵਾਹ ਰਹਿ ਜਾਂਦੀ ਹੈ, ਉਹਦੇ ਨਾਲ ਕੋਈ ਸੁਚਮ ਨੂੰ ਫਰਕ ਨਹੀਂ ਪੈਂਦਾ। ਪਰ ਪੁਰਾਤਨ ਗੁਰਮੁਖਾਂ ਦਾ ਇਹ ਨਿਯਮ ਸੀ, ਉਹ ਸੁੱਕ ਮਾਂਜ ਬਰਤਨ ਕਰਕੇ ਸਾਫ਼ ਕਰਕੇ ਉਹਨਾਂ ਵਿੱਚ ਪ੍ਰਸ਼ਾਦਾ ਰੱਖਣਾ, ਜਲ ਰੱਖਣਾ, ਸ੍ਰੀ ਸਾਹਿਬ ਮਾਂਜਣੀ,
और माता जी ने गल विच पल्ला पा के अरदास करनी। पहला सतगुरां नूं भोग लवाउणा, फिर परिवार दे जीआं नूं बच्चिआं नूं प्रशादा बाद विच छकाउणा। जिन्ना चिर उन्हां दा शरीर बली रहा, तगड़ा रहा, घर दे विच लंगर पानी बनाउण दे योग रहा, उन्ना चिर उन्हां ने अपना ये जीवन दा नियम लगातार बना के रखिया। ऐसी पवित्र आत्मा सन माता निहाल कौर जी। साध संगत जी, धरती तैयार की हुई होवे, उस विच जे बीज पाइए तो बीज चंगा उगरदा है, खेती वधिया तैयार हुंदी है, फसल बड़ा नकाल दिंदी है, फसल विचों वड्डा लाभ प्राप्त हुंदा। उस माता दी धरती बड़ी पवित्र और निर्मल सी, जिस माता दी कुख दे विच महापुरखां दा आउणा होया। क्योंकि सतगुरु महाराज जी की गुरबाणी का फरमान है, तिन धन जनेंदी माओ आए सफल से। वो माता धनता दे जोग है, जिसने प्रभु दे प्यारिਆਂ ਨੂੰ संसार ते जन्म दिता है, जिहदे आउण नाल संसार सफला हो जाता है। सो माता जी सारी जिंदगी मूल मंत्र का अभ्यास उन्होंने परपक्क रूप दे विच कीता और सतगुरां दी सेवा की। बड़ी भै भावना विच रहण वाले, बड़ी गरीबी विच, निमरता विच, संकोचमा ते संजम भरपूर, सादगी भरपूर उन्हां दा जीवन सी। कोई वाधू घाटू बचन नहीं उन्होंने कदे भी करना, और बड़ी भावना दे नाल जेड़े गुरसिख घर विच आउणे उन्हां दी भी बड़े सन्मान पूर्वक सेवा करनी। सो साध संगत जी, बहुत ही सुंदर सतरां एक गुरमुख प्यारे सिंह ने महापुरखां दे जीवन उत्ते लिखियां। वो कहंदा, तानो धरती, तानो बापू, धन वडभागी माई, ढंग जिउण दा जिसदा पुत्र दस ग्यों सदियां ताई। दुनिया नूं जिउण दा ढंग सदियां तक दसिया उस आत्मा ने। उस आत्मा दी माता भी धनता दे जोग है, पिता भी धनता दे जोग है, वो धरती भी धनता दे योग है, जिथे उन्हां दा जन्म होया। हुण तां सतगुरु जी की कृपा नाल जथेबंदी वालों उन्हां महापुरखां दा जन्म स्थान रोडे नगर विच गुरुद्वारा संत खालसा तैयार करके बड़ी सुंदर सेवा करवाई गई है, जिथे अठे पैर गुरबाणी का प्रवाह चलदा, कीर्तन कथा का प्रवाह चलदा, लंगर चल रहे है, संगतां सेवा दे विच लगियां रहिंदियां हन। सो ये उन्हां महापुरखां दी करनी दा ही प्रताप है। सो ऐसे महान उन्हां दे माता पिता सन, और आप भी वो बड़े, उन्हां बाबत मैं की कह सकदा हाँ, उन्हां दी करनी नूं सारा संसार ही जानदा है। साध संगत जी, भगवान श्री हरि जिन्हां नूं भगवान विष्णु जी कहा जाता है, उन्हां दा एक थां ते कथन है। भगवान विष्णु कहंदे है कि जो प्रभु परमेश्वर है, उसनूं सब तो प्यारी जिहड़ी वस्तु है संसार विचों, वो सब नालों वध जे किसे नाल प्यार और स्नेह करदा, वो अपने भगतां नाल करदा। अकाल पुरख की सब तो प्यारी वस्तु दे संत, उहदे भगत, उहदे महापुरख हन। और भगवान विष्णु कहंदे है, जदों प्रभु अपने संतां नूं संसार दे उत्ते परोपकार करन ते संसार दा भला करन वास्ते मात लोक ते आप भेजदा है, तां उन्हां दी उम्र तो
ਕੋਈ ਵਿਅਕਤੀ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਛੋਟੀ ਉਮਰ ਦੇ ਵਿੱਚ ਕਰਤੱਵ ਕਿਉਂ ਵੱਡਾ ਕੀਤਾ, ਕਿਉਂਕਿ ਪਰਮੇਸ਼ਰ ਨੇ ਉਹਨਾਂ ਤੋਂ ਸੰਸਾਰ ਦੇ ਭਲੇ ਦੀ ਸੇਵਾ ਲੈਣੀ ਹੁੰਦੀ ਹੈ। ਇਸ ਲਈ ਉਹਨਾਂ ਨੂੰ ਸਾਰੇ ਗੁਣਾਂ ਨਾਲ ਸੰਪੰਨ ਕਰਕੇ, ਸਾਰੇ ਸਾਧਨ ਉਹਨਾਂ ਲਈ ਆਪ ਬਣਾ ਕੇ, ਉਹਨਾਂ ਨੂੰ ਕੇਵਲ ਸੰਸਾਰ ਦੇ ਭਲੇ ਵਾਸਤੇ ਮਾਤ ਲੋਕ ਤੇ ਭੇਜਦਾ ਹੈ। ਆਪਾਂ ਜਦੋਂ ਵੇਖਦੇ ਹਾਂ ਕਿ ਬਹੁਤ ਵੱਡੀਆਂ ਵੱਡੀਆਂ ਮਹਾਨ ਆਤਮਾ ਇਸ ਸੰਸਾਰ ਤੇ ਜਿਹੜੀਆਂ ਹੋਈਆਂ, ਉਹਨਾਂ ਦੀ ਬੜੀ ਥੋੜੀ ਸਰੀਰ ਕਰਕੇ ਉਮਰ ਹੋਈ ਹੈ। ਬਹੁਤ ਛੋਟੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਸੰਸਾਰ ਤੇ ਅਚਰਜ ਕ੍ਰਿਸ਼ਮੇ ਕੀਤੇ ਹੈ। ਅਸ਼ਟਾਵਕਰ ਜੀ ਜੀਵਨ ਮੁਕਤ ਬ੍ਰਹਮ ਗਿਆਨੀ ਹੋਏ, ਜਿਨ੍ਹਾਂ ਨੇ ਰਾਜਾ ਜਨਕ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ ਸੀ। ਉਹਨਾਂ ਦੀ ਉਮਰ ਕਿੰਨੀ ਸੀ? ਬਾਲਕ ਉਮਰ ਹੀ ਸੀ ਉਹਨਾਂ ਦੀ। ਬਾਲਕ ਉਮਰ ਵਿੱਚ ਹੀ ਉਹਨਾਂ ਨੇ ਰਾਜੇ ਜਨਕ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦੇ ਦਿੱਤਾ ਸੀ। ਔਰ ਆਦਿ ਗੁਰੂ ਸ਼ੰਕਰਾਚਾਰੀਆ, ਜਿਨ੍ਹਾਂ ਨੇ ਵੇਦਾਂ ਦਾ ਭਾਸ਼ ਕੀਤਾ, ਜਿਨ੍ਹਾਂ ਨੇ ਸਨਾਤਨ ਧਰਮ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ, ਜੇ ਉਹ ਨਾ ਆਉਂਦੇ ਤਾਂ ਸਨਾਤਨ ਹਿੰਦੂ ਧਰਮ ਦੀ ਸੰਸਕ੍ਰਿਤੀ ਅੱਜ ਇੱਥੋਂ ਸਾਨੂੰ ਕਿਤੇ ਨਜ਼ਰ ਨਹੀਂ ਆਉਣੀ ਸੀ। ਉਹ ਸਾਰੀ ਸੰਸਕ੍ਰਿਤੀ ਨੇ ਵਿਲੁਪਤ ਹੋ ਜਾਣਾ ਸੀ। ਉਹ ਬੜੀ ਛੋਟੀ ਉਮਰ ਦੇ ਵਿੱਚ ਆਏ, ਛੋਟੀ ਉਮਰ ਦੇ ਵਿੱਚ ਹੀ ਚਲੇ ਗਏ ਸੰਸਾਰ ਤੋਂ। ਬਹੁਤ ਉਦਾਹਰਨਾਂ ਹਨ। ਸੋ ਮਹਾਂਪੁਰਖਾਂ ਦੀ ਵੀ ਜਦੋਂ ਆਪਾਂ ਉਦਾਹਰਣ ਵੇਖਦੇ ਹਾਂ, 47 ਵਿੱਚ ਉਹਨਾਂ ਦਾ ਜਨਮ ਹੁੰਦਾ, 30-31 ਸਾਲ ਦੀ ਉਮਰ ਸੀ। ਸਾਧ ਸੰਗਤ ਜੀ, ਜਦੋਂ ਉਹਨਾਂ ਨੂੰ ਦਮਦਮੀ ਟਕਸਾਲ ਦੇ ਜਥੇਬੰਦੀ ਦੇ ਮੁਖੀ ਦੇ ਤੌਰ ਤੇ ਇਹ ਸੇਵਾ ਪ੍ਰਾਪਤ ਹੋਈ, ਔਰ ਇਹ ਸੇਵਾ ਪ੍ਰਾਪਤ ਕਰਕੇ 6-7 ਸਾਲਾਂ ਦੇ ਵਿੱਚ ਉਹਨਾਂ ਨੇ ਐਡੇ ਮਹਾਨ ਕਰਤੱਵ ਕੀਤੇ, ਐਡੇ ਵੱਡੇ ਸੰਘਰਸ਼ ਉਹਨਾਂ ਨੇ ਕੀਤੇ। ਔਰ 36-37 ਸਾਲ ਦੇ ਵਿੱਚ ਜੂਨ 84 ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ। ਕਿੰਨੀ ਕੁ ਉਮਰ ਸੀ ਉਹਨਾਂ ਦੀ ਸਰੀਰ ਕਰਕੇ, ਪਰ ਜਦੋਂ ਉਹਨਾਂ ਦੇ ਕਰਤੱਵ ਆਪਾਂ ਵੇਖਦੇ ਹਾਂ, ਸੈਂਕੜੇ ਸਾਲ, ਸਦੀਆਂ ਦੁਨੀਆ ਦੇ ਖੋਜਕਾਰਾਂ ਨੇ ਉਹਨਾਂ ਦੇ ਜੀਵਨ ਉੱਤੇ ਖੋਜ ਵਿੱਚ ਲੱਗੇ ਰਹਿਣਾ, ਔਰ ਉਹਨਾਂ ਦੇ ਇੱਕ ਇੱਕ ਗੁਣ ਦਾ ਵਰਣਨ ਕਰਨਾ, ਔਰ ਪਤਾ ਨਹੀਂ ਕਿੰਨੇ ਕੁ ਗ੍ਰੰਥ ਤਿਆਰ ਹੋਣੇ ਆ ਉਹਨਾਂ ਦੀ ਉਸਤਤੀ ਵਿੱਚ, ਕਿ ਉਹਨਾਂ ਨੇ ਕਿੱਡੇ ਵੱਡੇ ਵੱਡੇ ਵਿਸ਼ਾਲ ਕਰਤੱਵ ਕੀਤੇ, ਮਹਾਨ ਸੰਘਰਸ਼ ਕੀਤਾ। ਜਿਹੜੀਆਂ ਐਸੀਆਂ ਆਤਮਾਵਾਂ ਹੁੰਦੀਆਂ ਹਨ ਸਾਧ ਸੰਗਤ ਜੀ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਨੇਦੀ ਮਾਓ ਆਏ ਸਫਲ ਸੇ। ਪ੍ਰਭੂ ਨੇ ਉਹਨਾਂ ਨੂੰ ਆਪਣੇ ਲੜ ਆਪ ਲਾਇਆ ਹੁੰਦਾ, ਆਪ ਹੀ ਉਹਨਾਂ ਨੂੰ ਸੰਸਾਰ ਦੇ ਭਲੇ ਵਾਸਤੇ, ਪਰਉਪਕਾਰਾਂ ਵਾਸਤੇ ਭੇਜਦਾ। ਕਈ ਵਾਰੀ ਮਹਾਂਪੁਰਖ ਬੜਾ ਗੰਭੀਰ ਉਹਨਾਂ ਦਾ ਜੀਵਨ ਸੀ ਵੈਸੇ ਤਾਂ, ਪਰ ਕਈ ਵਾਰੀ ਜਦੋਂ ਆਪਣੀ ਮੌਜ ਵਿੱਚ ਆਉਂਦੇ ਤਾਂ ਉਹਨਾਂ ਨੇ ਬਚਨ ਕਈ ਵਾਰੀ ਕਹਿਣਾ, ਕਹਿੰਦੇ ਹੱਡ ਚਮੜੇ ਦਾ ਇਹ ਗੁੱਥਲਾ ਰੱਖ ਕੇ ਲੰਮਾ ਸਮਾਂ ਕੀ ਲੈਣਾ। ਦੁਬਾਰਾ ਫੇਰ ਸੁਣੋ ਧਿਆਨ ਨਾਲ, ਇਹ ਜਿਹੜੀ ਸਰੀਰ ਦੀ ਪੋਟਲੀ ਆ ਆਪਣੀ ਬਣੀ ਹੋਈ, ਇਹ ਭਾਈ ਹੱਡ ਤੇ ਚਮੜੇ ਦੀ ਹੈ ਨਾ। ਉਹਨਾਂ ਨੇ ਕਹਿਣਾ ਹੱਡ ਚਮੜੇ ਦਾ ਇਹ ਗੁੱਥਲਾ, ਇਹ ਪੋਟਲੀ ਰੱਖ ਕੇ ਲੰਮਾ ਸਮਾਂ ਕੀ ਲੈਣਾ। ਕਹਿੰਦੇ ਸੇਵਾ ਮਹਾਰਾਜ ਸਾਹਿਬ ਲੈਣ, ਸੇਵਾ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਸੁਰਖਰੂ ਹੋ ਕੇ ਜਾਈਏ। ਇਹ ਬੜੀ ਪ੍ਰਸੰਨ ਮੁਦਰਾ ਦੇ ਵਿੱਚ ਕਈ ਵਾਰੀ ਐਸੇ ਬਚਨ ਕਿਹਾ ਕਰਦੇ ਸਨ। ਉਹ ਕਹਿੰਦੇ ਲੰਮੀਆਂ ਉਮਰਾਂ ਦੇ ਨਾਲ ਕੋਈ ਬੰਦਾ ਬਹੁਤ ਵੱਡੀਆਂ ਪ੍ਰਾਪਤੀਆਂ ਨਹੀਂ ਜੀਵਨ ਵਿੱਚ ਕਰ ਲੈਂਦਾ। ਔਰ ਜਪਜੀ ਸਾਹਿਬ ਦੀ ਇਹ ਪੌੜੀ ਪੜ੍ਹਿਆ ਕਰਦੇ ਸਨ। ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਨੇ ਬੜੀ ਛੋਟੀ ਸਰੀਰਕ ਉਮਰ ਦੇ ਵਿੱਚ ਉਹ ਕਰਤੱਵ ਕਰਤੇ ਜਿਹੜੇ ਦੁਨੀਆ ਦਾ ਇਤਿਹਾਸ ਬਣ ਗਏ। ਐਸੀ ਮਹਾਨ ਪਵਿੱਤਰ ਸ਼ੂਰਬੀਰ ਆਤਮਾ
ਉਹਨਾਂ ਮਹਾਂਪੁਰਖਾਂ ਦਾ ਅੱਜ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਸਾਰੇ ਸੰਸਾਰ ਭਰ ਵਿੱਚ ਹੀ ਮਨਾ ਰਹੀਆਂ। ਔਰ ਸ਼ਹੀਦੀ ਦਿਹਾੜਾ ਵੀ ਉਹਨਾਂ ਦਾ ਇਹਨਾਂ ਦਿਨਾਂ ਦੇ ਵਿੱਚ ਹੀ ਹੋਇਆ। ਕੁਦਰਤ ਦਾ ਸੁਮੇਲ 2 ਜੂਨ ਦਾ ਉਹਨਾਂ ਦਾ ਪਾਵਨ ਜਨਮ ਹੈ, ਆਗਮਨ ਹੈ। ਵੈਸੇ ਤਾਂ ਜਨਮ ਐਸੀਆਂ ਆਤਮਾਵਾਂ ਲਈ ਇਹ ਸ਼ਬਦ ਨਹੀਂ ਵਰਤਿਆ ਜਾਂਦਾ। ਅਵਤਾਰ ਪ੍ਰਕਾਸ਼ ਦਿਹਾੜੇ ਸ਼ਬਦ ਸਤਿਗੁਰੂ ਸਾਹਿਬਾਨਾਂ ਲਈ ਹੁੰਦੇ ਹੈ, ਕਰਨੀ ਵਾਲੀਆਂ ਆਤਮਾਵਾਂ ਲਈ, ਸੰਤਾਂ ਭਗਤਾਂ ਮਹਾਂਪੁਰਖਾਂ ਗੁਰਸਿੱਖਾਂ ਗੁਰਮੁਖਾਂ ਬ੍ਰਹਮ ਗਿਆਨੀਆਂ ਲਈ ਆਗਮਨ ਦਿਹਾੜੇ ਹੋਇਆ ਕਰਦੇ ਆ। ਕਿਉਂਕਿ ਜੰਮਣ ਮਰਨ ਦੀ ਕੈਦ ਸਾਡੀ ਸੰਸਾਰੀ ਜੀਵਾਂ ਦੀ ਹੈ। ਅਸੀਂ ਲੋਕ ਆਪਾਂ ਜਿਹੜੇ ਆ, ਆਪਾਂ 84 ਲੱਖ ਜੂਨਾਂ ਦੇ ਵਿੱਚ ਆ ਕੇ ਜਨਮ ਲਈਦਾ, ਫਿਰ ਆਪਣਾ ਸਮਾਂ ਭੋਗ ਕੇ ਮਰ ਜਾਈਦਾ। ਪਰ ਪ੍ਰਭੂ ਦੇ ਪਿਆਰੇ ਜੰਮਣ ਮਰਨ ਨਾ ਤਿੰਨ ਕੋ, ਜੋ ਹਰ ਲੜ ਲਾਗੇ ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਇਉਂ ਜੰਮਣ ਮਰਨੋਂ ਬਾਹਰੇ ਗੁਰਮੁਖ ਪਰਉਪਕਾਰੀ ਆਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ, ਉਹ ਜੰਮਣ ਮਰਨ ਤੋਂ ਰਹਿਤ ਹੋਇਆ ਕਰਦੇ ਹਨ। ਉਹ ਜੰਮਣ ਮਰਨ ਦੀ ਕੈਦ ਦੇ ਬੰਧਨਾਂ ਵਿੱਚ ਨਹੀਂ ਹੋਇਆ ਕਰਦੇ। ਇਸ ਕਰਕੇ ਉਹਨਾਂ ਦਾ ਆਗਮਨ ਭਾਵ ਆਉਂਦੇ ਹੈ। ਪਰਮੇਸ਼ਰ ਬੜੇ ਸਨਮਾਨ ਨਾਲ ਉਹਨਾਂ ਨੂੰ ਮਾਤ ਲੋਕ ਤੇ ਭੇਜਦਾ, ਔਰ ਫਿਰ ਉਸ ਵਾਹਿਗੁਰੂ ਦੀ ਰਜ਼ਾ ਵਿੱਚ ਸੰਸਾਰ ਦੇ ਉੱਤੇ ਪਰਉਪਕਾਰ ਕਰਦੇ ਹੈ। ਜਦੋਂ ਉਹਦੀ ਰਜ਼ਾ ਹੁੰਦੀ ਹੈ, ਜਿਸ ਰੂਪ ਦੇ ਵਿੱਚ ਉਹਨਾਂ ਨੂੰ ਉਹਨੇ ਵਾਪਸ ਜਾਣ ਦੀ ਆਗਿਆ ਕੀਤੀ ਹੁੰਦੀ ਹੈ, ਉਸੇ ਰੂਪ ਦੇ ਵਿੱਚ ਉਹ ਵਾਹਿਗੁਰੂ ਦੇ ਪ੍ਰਭੂ ਦੇ ਭੈ ਵਿੱਚ ਉਹਦੀ ਆਗਿਆ ਵਿੱਚ ਰਹਿ ਕਰਕੇ ਉਵੇਂ ਆਪਣੇ ਸਰੀਰ ਨੂੰ ਪਰਉਪਕਾਰ ਦੇ ਲੇਖੇ ਲਾ ਕੇ ਸਫਲਾ ਕਰਕੇ ਆਪਣੇ ਪਿਆਰੇ ਪਰਮੇਸ਼ਰ ਦੀ ਦਰਗਾਹ ਨੂੰ ਵਾਪਸ ਚਲੇ ਜਾਂਦੇ ਹੈ। ਆਉਂਦੇ ਵੀ ਉਹਦੇ ਹੁਕਮ ਵਿੱਚ ਹੈ ਔਰ ਜਾਂਦੇ ਵੀ ਉਹਦੀ ਆਗਿਆ ਵਿੱਚ ਹੈ। ਇਸ ਕਰਕੇ ਉਹਨਾਂ ਮਹਾਂਪੁਰਖਾਂ ਦਾ ਇਹਨਾਂ ਦਿਨਾਂ ਵਿੱਚ ਉਹਨਾਂ ਨੂੰ ਧਰਮ ਦਾ ਜੰਗ ਲੜਨਾ ਪਿਆ। ਅੱਜ 2 ਜੂਨ ਹੈ। 2 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਦੇ ਦੁਆਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਇਰਦ ਗਿਰਦ ਜ਼ਾਲਮ ਫੌਜਾਂ ਦੀ ਬੜੀ ਭਿਆਨਕ ਘੇਰਾਬੰਦੀ ਹੈ। ਔਰ ਇਹ ਜੰਗ ਸਾਧ ਸੰਗਤ ਜੀ ਕੋਈ ਇਹ ਨਹੀਂ ਕਿ 2 ਘੰਟੇ ਜੰਗ ਲੜ ਲਿਆ ਫਿਰ ਕੋਈ ਆਰਾਮ ਲਈ ਸਮਾਂ ਮਿਲ ਗਿਆ। ਜਿਵੇਂ ਫੌਜਾਂ ਦੇ ਅੰਦਰ ਲੋਕ ਦੇਸ਼ਾਂ ਦੀਆਂ ਫੌਜਾਂ ਜੰਗ ਲੜਦੀਆਂ ਔਰ ਜੰਗ ਲੜ ਕੇ ਫਿਰ ਆਰਾਮ ਕਰਨ ਚਲੇ ਜਾਂਦੇ ਹੈ। ਇਹ ਜੰਗ 24 ਘੰਟੇ ਉਹਨਾਂ ਸਿੰਘਾਂ ਨੂੰ ਮਹਾਂਪੁਰਖਾਂ ਦੀ ਅਗਵਾਈ ਵਿੱਚ ਲੜਨਾ ਪਿਆ। ਕੋਈ ਖਾਣ ਵਾਸਤੇ ਉਹਨਾਂ ਲਈ ਪਦਾਰਥ ਨਹੀਂ ਬਣੇ ਹੋਏ ਸਨ। ਮਹਾਂਪੁਰਖਾਂ ਨੂੰ ਪਤਾ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਤਿਆਰੀਆਂ ਕਰਵਾਈਆਂ ਹੋਈਆਂ ਸਨ। ਭੁੱਜੇ ਛੋਲੇ ਰੱਖੇ ਹੋਏ ਸਨ ਸਾਰੇ ਸਿੰਘਾਂ ਲਈ ਲੈ ਕਰਕੇ, ਔਰ 2-2 ਮੁੱਠਾਂ ਛੋਲਿਆਂ ਦੀਆਂ ਭੁੱਜਿਆਂ ਦੀਆਂ ਖਾਣੀਆਂ, ਜਲ ਪੀ ਲੈਣਾ ਤੇ 24 ਘੰਟੇ ਮੋਰਚਿਆਂ ਦੇ ਵਿੱਚ ਰਹਿ ਕੇ ਜੰਗ ਲੜਨਾ। 24 ਘੰਟੇ ਲਗਾਤਾਰ 6 ਜੂਨ ਤੱਕ ਇਹਨਾਂ ਸਿੰਘਾਂ ਨੇ, ਇਹਨਾਂ ਸੂਰਮਿਆਂ ਨੇ, ਇਹਨਾਂ ਬਹਾਦਰਾਂ ਨੇ, ਇਹਨਾਂ ਸਾਡੇ ਜਾਨ ਤੋਂ ਪਿਆਰੇ ਸ਼ਹੀਦਾਂ ਨੇ ਜ਼ਾਲਮਾਂ ਨਾਲ ਲੋਹਾ ਲਿਆ, ਡਟ ਕੇ ਮੁਕਾਬਲਾ ਕੀਤਾ, ਸਿਰ ਮੱਥੇ ਮੁਕਾਬਲਾ ਕੀਤਾ ਔਰ ਖਿੜੇ ਮੱਥੇ ਇਹਨਾਂ ਨੇ ਜੰਗ ਲੜੀ ਹੈ। ਇਸ ਲਈ ਸਾਧ ਸੰਗਤ ਜੀ ਐਸੇ ਮਹਾਨ ਸ਼ਹੀਦਾਂ ਦੀ ਆਪਾਂ ਸਿਮਰਤੀ ਵਿੱਚ ਬੈਠੇ ਹਾਂ। ਪਰ ਮਹਾਂਪੁਰਖਾਂ ਦੇ ਆਗਮਨ ਦਿਹਾੜੇ ਦੀ ਮੈਂ ਇੱਥੇ ਵੀ ਔਰ ਦੇਸ਼ ਵਿਦੇਸ਼ ਵਿੱਚ ਜਿੱਥੇ ਜਿੱਥੇ ਵੀ ਸੰਗਤਾਂ ਬੈਠੀਆਂ ਸਾਰਿਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ। ਆਓ ਹੁਣ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰ ਇਤਿਹਾਸ ਦੀ ਕਥਾ ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਸਰਵਣ ਕਰੋ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਮੁਰਾਰੀ ਜੀ, ਭਾਈ ਨਾਨੋ ਲਟਕਣ ਔਰ ਭਾਈ ਆਲਮ ਚੰਦ, ਇਸੇ ਤਰ੍ਹਾਂ ਭਾਈ ਤਾਲਵਾੜ, ਭਾਈ ਸਹਿਸਾਰਾ ਤਾਲਵਾੜ, ਇਹ ਤਾਦ ਕੇ ਗੁਰਸਿੱਖ ਆਏ ਹੈ। ਬੜੀ ਸੁੰਦਰ ਰਸਦਾਇਕ ਗੁਰਸਿੱਖਾਂ ਦੇ ਪ੍ਰਸੰਗਾਂ ਦੀ ਕਥਾ ਹੈ। ਇਸ ਕਥਾ ਨੂੰ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਆਪ ਅੰਕਿਤ ਕੀਤਾ। ਸਤਿਗੁਰੂ ਜੀ ਦੇ ਸਮੇਂ ਦੇ ਸਿੱਖਾਂ ਦਾ ਵੇਰਵਾ ਇਕੱਠਾ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਦੇ ਤੱਕ ਜਿੰਨੇ ਸਿੱਖ ਸਨ, ਉਹਨਾਂ ਸਾਰਿਆਂ ਸਿੱਖਾਂ ਦੀ
आप जी ने एक लड़ी बनाई और 12 भाई गुरदास जी दे विच उन्हां दा सारे गुरसिखां दा सारियां दा तां कठन है जिहड़े नामी सिख सन, खास खास जिहड़े आत्म ज्ञानी सिख सन उन्हां दा वेरवा दिता। उत्थे केवल वेरवा ही मिलदा जां किते बहुत संखेप रूप दे विच जो सिख दे प्रति सतगुरु दा हुक्म होया एक अद्धी थां ते ऐसे वेरवे मिलदे है, पर विस्तार दे विच अमर शहीद महापुरख ब्रह्म ज्ञानी धाय धन भाई मनी सिंह जी ने उन्हां गुरसिखां दी दसम पिता धन गुरु गोबिंद सिंह साहब जी दी आग्या नूं पा के उन्हां दा सारा जीवन ब्यौरा लिखिया, जिस दा नाम है गुरसिखां दी भगत माला, जिहड़ी डॉक्टर भाई वीर सिंह जी ने छपवाई बाद दे विच वो पहला हथ लिखत रूप दे विच होया करदी सी, गुरसिख अपने पास रखते सन। बहुत गुरसिख ऐसे हुंदे सन, मैं भी उन्हां सिंघां दे विचों कुछ सिंघां दे दर्शन कीते है कि जिहड़े सिख उस भगत माला दा नितनेम वांगू रोज पाठ करते विचार करते। वो इसलिए विचार करते सन कि रोज उस विचार नूं तां विचारदे सन परथाए साखी महापुरख बोलते सांझी सगल जहान, कि जिहड़े आ हुक्म उन्हां सिखां नूं गुरु साहिबाना ने कीते है, इन्हां विचों कोई एक अद्धा बचन असीं भी जिंदगी विच अपने विच कमा लीए पढ़ के विचार के तां साडा जीवन भी सफल हो जाएगा। क्योंकि किसी सबब नूं पा के जदों सतगुरां ने जां सतपुरुषां ने जो उपदेश दिते हुंदे है वो हर समय वास्ते हर युग दे प्राणी मात्र वास्ते हुंदे है और हर वक्त वास्ते वो सार्थक हुंदे है। उन्हां बचनां नूं कोई भी कमा लवे तां उहदा भी उसे तरह ही उधार हो जांदा जिवें उन्हां दा उधार होया। क्यों गुरसिख ऐसा अभ्यास अपने जीवन विच तद करके रखते सन कि वो रोजाना ऐसी विचार नूं रोज 2-2 4-4 साखियां उन्होंने पढ़निया और विचारनिया कि गुरु साहब ने की हुक्म गुरसिखां नूं कीते सन, किहड़ा कर्म करना, किहड़े माड़े कर्म दा त्याग करना, किहड़े शुभ मार्ग ते चलना, ऐसा वो अभ्यास बना के रखते सन। वो साखियां फिर भाई मनी सिंह जी ने गुरसिखां दी भगत माल विच लिखियां, जिमें भगतां दी माला जिहदे विच भगतां 15 भगतां होर भगतां दे जीवन अंकित कीते हुए है वख-वख विद्वानां ने अते महापुरुषां ने। इस तरह गुरसिखां दी भगत माल धन भाई मनी सिंह जी ने लिखी। भाई मनी सिंह जी दियां 2 अमर रचनावां होईयां, एक गुरसिखां दी भगत माल, एक सरदा पूर्ण पोथी। वो असली रूप दे विच तां जो उसका खरड़ा नहीं मिलता, कईयां ने बहुत तब्दीलियां कर दित्तियां, पर उहदे विच की अंकित हुंदा सी गुरसिखां दी ज्ञात हित जपजी साहब दियां पौड़ियां तो लैके सतगुरां दी गुरबाणी दे विशेष शब्दां दा उहदे विच भाई मनी सिंह जी ने सारा लिखिया होया सी कि इस पौड़ी का जाप इस कारज लई करो, इस दुख लई करो, जां इस शब्द का अभ्यास करो तां इह शब्द ए बाणी तुहाडे दुख कट देगी, तुहाडी आशा पूरी हो जाएगी। जिमें वेद मंत्र, कुरान दियां आयतां, अंजील दे जिहड़े खास उन्हां दे उपदेश सन ईशा जी दे, जिमें उन्हां लोकां दे उन्हां धर्मां दे लोग उन्हां नूं जपदे है, बोधी लोग बोध मंत्रां दा जप करदे है और वो अपनियां मन इच्छित वस्तुआं, अपनियां मन इच्छित जो उन्हां नूं दातां दी लोड़ हुंदी है वो प्राप्त करदे है। इवें गुरसिखां नूं सतगुरु महाराज जी ने वेख्या सी कि सिख होर बन्ने ना जाके भटकण। गुरबाणी विच इन्नी शक्ति है, गुरबाणी सर्व कला समर्थ है, सर्व शक्तिमान है। मैं कल भी जिक्र किया, जे भाई जिमें सतगुरु जी ने कहा अपने घर में है सो तू ढूंढ खाहे और किसी के मत ही जाहे,
ਜਿਹੜਾ ਤੇਰੇ ਘਰ ਵਿੱਚ ਖਜ਼ਾਨਾ, ਤੂੰ ਉਸੇ ਨੂੰ ਲੱਭ ਕੇ ਉਸੇ ਤੋਂ ਹੀ ਸਾਰਾ ਕੁਝ ਪ੍ਰਾਪਤ ਕਰ। ਬਗਾਨਿਆਂ ਕੋਲੇ ਕਿਉਂ ਦੌੜਿਆ ਫਿਰਦਾ? ਤੇਰੇ ਘਰ ਵਿੱਚ ਜਿਹੜੀ ਸਤਿਗੁਰਾਂ ਦੀ ਬਾਣੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਬਾਣੀ ਹੈ, ਪਵਿੱਤਰ ਬਾਣੀ ਹੈ, ਉਹਦੇ ਵਿੱਚ ਕੋਈ ਕਮੀ ਹੈ? ਇਸ ਬਾਣੀ ਸਰਬ शक्तिमान और सर्व कला समर्थ गुरु की बाणी का एक खजाना सतगुरु ने सानू बख्शिया। गुरबाणी अनंत शक्तियां दी मालक है और जे संसार दे दुखां तो भी बचना तो संसार दे दुखां तो बचन वास्ते भी गुरबाणी का आसरा लेना। और जाना कित्थे आपां? कई बारी ऐसे दुख आ जाते हैं, बंदे दी बेबसी होंदी है, वस नहीं चलता और बड़ा बंदा तड़फदा। उन्होंने तड़फण ते भटकण की लोड़ नहीं, वो सतगुरु जी की बाणी का लड़ फड़े, गुरबाणी का अभ्यास करे। असली जिहड़ी सतगुरु की गुरु कृत परमेश्वर कृत बाणी है ना, उसे विच ही सारियां शक्तियां, सारे सुख, सारियां बरकतां समाईयां हुंदियां। आम बंदियां दी रचना दे विच नहीं कुछ भी हुंदा। बाणी दे लड़ लगो, बाणी तो दूर ना जाओ। मैं आप महापुरुषां नूं कहंदे सुनिया, किसी सिंह ने संत बाबा जरनैल सिंह जी खालसा जी पास बेनती कीती। वो सिंह महापुरुषां नूं कहण लगा, जी बड़ी तंगी है, बड़े कष्टां दे विच दिन गुजरदे है, किरपा करो। संत कहंदे, भाई घोर दुखियं अनकहत्यं जन्म दारिद्रं महाबख्यादं मटंत सगल सिमरंत हर नाम नानक जैसे पाव काष्ट भस्मं करोत। संत बाबा जरनैल सिंह जी खालसा जी दे मुखार बिंद बचन है। कहंदे धन गुरु अर्जन देव जी की बाणी है, सहस्कृति श्लोकां विच इह श्लोक आउंदा, मूल मंत्र वाहिगुरु मंत्र नाल ला के दा अभ्यास कर, तेरा सारा कष्ट कटिया जाएगा। कर लै जाप, गुरु साहब की बाणी कृपा करेगी, बख्शिश करेगी। वो सिंह ने महापुरखों का वचन मन के अभ्यास किया और मर्यादा विच रह के किया। फिर 6 महीनों बाद आया ते कहन लगा, जी हुण बड़ी कृपा हो गई है, तुहाडा वचन मन लिया और मैं सतगुरु अगे बाणी का अभ्यास करके अरदास की, मेरे कष्ट कटे गए है। सो भाई इस करके मैं तां बेनती करदा, कई जिहड़े खुश्क ख्याली सिख है ना, उन्होंने खुश्क कहा करो। खुश्क ख्याली सिख है ना, वो एवें निक्की निक्की गल ते तर्क पैदा करी जाते। आ भी ब्राह्मणवाद है, आ भी ब्राह्मणवाद है। ਉਹਦੇ ਨਾਲ ਸੰਗਤਾਂ ਦੀ ਸ਼ਰਧਾ ਵਿਸ਼ਵਾਸ ਜਿਹੜਾ ਟੁੱਟਦਾ, ਦੂਰ ਹੁੰਦੇ ਆ, ਗੁਰਬਾਣੀ ਤੋਂ ਸਿੱਖ ਦੂਰ ਜਾਂਦੇ ਆ। ਮੈਂ ਕੱਲ ਵੀ ਜ਼ਿਕਰ ਕੀਤਾ ਸੀ ਬ੍ਰਹਮ ਕਵਚ ਦਾ। ਜੇ ਗੁਰਬਾਣੀ ਵਿੱਚ ਕੁਛ ਨਾ ਹੋਵੇ ਫਿਰ ਬ੍ਰਹਮ ਕਵਚ ਕੋਲੇ ਦੌੜੇ ਜਾਓ ਤੁਸੀਂ। ਬ੍ਰਹਮ ਕਵਚ ਜਦੋਂ ਸਤਿਗੁਰੂ ਦੀ ਰਚਨਾ ਹੀ ਨਹੀਂ ਹੈ ਤਾਂ ਉਹਨੂੰ ਪੜ੍ਹ ਕੇ ਕੀ ਮਿਲ ਜਾਣਾ ਤੁਹਾਨੂੰ? बाणी पढ़ो, बाणी नाल जुड़ो, बाणी कोलों जो मर्जी प्राप्त करो। तुसीं सानू गुरबाणी तो दूर नहीं जाना चाहिए। इस करके शरधा पूर्ण पोथी भाई साहब ने रची सी, उहदे विच यही साधन लिखे सन उन्होंने सारे, पर उहदा असली खरड़ा नहीं मिलता। ये भी मैं तुहानूं बेनती करदिआं, असली खरड़ा लुप्त हो चुका। बाद वालियां ने उहदे विच बहुत फर्क पा दिते। हुण वाला जिहड़ा खरड़ा उहदे विच बहुत कई अनमत दीआं गल्लां भी हन और मनमत दीआं भी कई गल्लां उहदे विच लिख दित्तियां गईयां हन। पर भाई मनी सिंह जी ने सतगुरु कलगीधर जी की आग्या विच वो सारे साधन लिखे सन अपने भले वास्ते, गुरसिखां दे भले वास्ते, कि किते भटकण ना, किते जाण ना। साध संगत जी सतगुरु जी ने उन्हां शब्दां दे विच आप ही सारा जिक्र कर दिता गुरबाणी दे अंदर। ताती वाव ना लगई पार ब्रह्म सरनाई। हुण कीर्तन सोले दी अथानका पढ़ लो, उहदे विच की जिक्र आउंदा कि आली सिख दिने कीर्तन सोले दा पाठ करी जांदा ते अपने पशु चारी जांदा। तां धन गुरु नानक साहब जी करतारपुर साहब सुभाईमान है,
ਔਰ ਦਿਨੇ ਸਤਿਗੁਰੂ ਬਿਰਾਜੇ ਹੋਏ ਹੈ ਧਰਮਸਾਲ ਦੇ ਵਿੱਚ। ਚਰਨਾਂ ਦੇ ਵਿੱਚ ਕੰਡੇ ਦਿਖਾਈ ਦਿੱਤੇ ਲੱਗੇ ਹੋਏ, ਪਿੰਨਣੀਆਂ ਤੇ ਸਤਿਗੁਰੂ ਜੀ ਦੇ ਝਰੀਟਾਂ ਪਈਆਂ ਹੋਈਆਂ ਵੇਖੀਆਂ, ਔਰ ਵਿੱਚੋਂ ਖੂਨ ਸਿਮਦਾ ਹੈ। ਜਦੋਂ ਸਤਿਗੁਰੂ ਜੀ ਉੱਠੇ, ਧੰਨ ਗੁਰੂ ਅੰਗਦ ਦੇਵ ਜੀ ਪੁੱਛਦੇ ਆ, ਸੱਚੇ ਪਾਤਸ਼ਾਹ ਤੁਸੀਂ ਤਾਂ ਬਿਰਾਜੇ ਇੱਥੇ ਸੀ, ਚਰਨਾਂ ਵਿੱਚ ਕੰਡੇ ਕਿਵੇਂ ਲੱਗ ਗਏ? ਆਪ ਜੀ ਦੇ ਗੋਡਿਆਂ ਤੋਂ ਲੈ ਕੇ ਚਰਨਾਂ ਤੱਕ ਝਰੀਟਾਂ ਕਿਵੇਂ ਆ ਗਈਆਂ? ਮਹਾਰਾਜ ਕਹਿਣ ਲੱਗੇ, ਪੁਰਖਾ ਇੱਕ ਭੋਲਿਆ ਸਿੱਖ ਵਿਚਾਰਾ ਸ਼ਰਧਾ ਬਸ, ਉਹ ਦਿਨੇ ਕੀਰਤਨ ਸੋਹਲੇ ਦਾ ਪਾਠ ਕਰ ਰਿਹਾ, ਇਸ ਕਰਕੇ ਅਸੀਂ ਉਹਦੀ ਰੱਖਿਆ ਕਰ ਰਹੇ ਸੀ ਕਿ ਉਹਨੂੰ ਕੰਡੇ ਤੱਕ ਵੀ ਨਾ ਲੱਗਣ। ਇਹ ਕੀਰਤਨ ਸੋਹਲਾ ਜਿਹੜੀ ਬਾਣੀ ਆ ਦਾ ਨਿਯਮ ਹੈ ਕਿ ਰਾਤ ਨੂੰ ਬਿਰਾਜਣ ਲੱਗਿਆਂ 5 ਇਸ਼ਨਾਨਾਂ ਕਰਕੇ ਗੁਰਸਿੱਖ ਨੇ ਰੱਖਿਆ ਦੇ ਸ਼ਬਦ ਔਰ ਕੀਰਤਨ ਸੋਹਲੇ ਬਾਣੀ ਦਾ ਜਿਹੜਾ ਹੈ ਉਹ ਬੜੀ ਸ਼ਰਧਾ ਭਾਵਨਾ ਨਾਲ ਪਾਠ ਕਰਨਾ। ਇਹ ਰਾਤ ਦੇ ਸਮੇਂ ਦੀ ਬਾਣੀ ਹੈ ਤੇ ਅਸੀਂ ਇਸ ਕਰਕੇ ਜਿੱਥੇ ਉਹ ਬਾਣੀ ਪੜ੍ਹਦਾ ਉਹਦੇ ਮਗਰ ਮਗਰ ਤੁਰੇ ਫਿਰਦੇ ਆ ਤੇ ਅਸੀਂ ਜਿਹੜੇ ਉਹਨੂੰ ਕੰਡੇ ਲੱਗਣੇ ਸਨ, ਝਰੀਟਾਂ ਲੱਗਣੀਆਂ ਸਨ ਝਾੜੀਆਂ ਦੇ ਵਿੱਚੋਂ, ਅਸੀਂ ਉਹਨੂੰ ਨਹੀਂ ਲੱਗਣ ਦਿੱਤੇ। ਅਸੀਂ ਆਪਣੇ ਤਨ ਉੱਤੇ ਸਾਰਾ ਦੁੱਖ ਲੈ ਲਿਆ, ਤਾਂ ਕਰਕੇ ਤੁਹਾਨੂੰ ਲੱਗਿਆ ਸਭ ਕੁਝ ਪ੍ਰਤੀਤ ਹੋ ਰਿਹਾ, ਦਿਖਾਈ ਦੇ ਰਿਹਾ। ਇਸ ਕਰਕੇ ਗੁਰਬਾਣੀ ਜਿਹੜੀ ਹੈ ਸਾਧ ਸੰਗਤ ਜੀ ਧਰਮ ਅਰਥ ਕਾਮ ਮੋਖ ਦੀ ਦਾਤੀ ਹੈ। ਗੁਰਬਾਣੀ ਵਿੱਚੋਂ ਸਾਰੀਆਂ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ। ਇਹ ਵੈਸੇ ਬਹੁਤਾ ਜ਼ਿਕਰ ਨਹੀਂ ਕਰਨ ਦੀ ਲੋੜ ਸੀ, ਪਰ ਮੈਂ ਸੰਖੇਪ ਰੂਪ ਦੇ ਵਿੱਚ ਤਾਂ ਹੀ ਜ਼ਿਕਰ ਕੀਤਾ ਕਿ ਥੋੜਾ ਬਹੁਤਾ ਸੰਗਤਾਂ ਦੇ ਅੰਦਰ ਗੁਰੂ ਕੀ ਬਾਣੀ ਪ੍ਰਤੀ ਭਾਵਨਾ, ਸ਼ਰਧਾ, ਸਤਿਕਾਰ, ਵਿਸ਼ਵਾਸ ਪੈਦਾ ਹੁੰਦਾ ਰਹੇ। ਆਪਾਂ ਬਾਣੀ ਤੋਂ ਲਾਂਭੇ ਨਾ ਚਲੇ ਜਾਈਏ। ਕੋਈ ਦੁੱਖ, ਕੋਈ ਸੰਕਟ ਹੈ, ਗੁਰਬਾਣੀ ਨਾਲ ਜੁੜ ਕੇ ਆਪਾਂ ਕੱਟ ਸਕਦੇ ਹਾਂ ਆਪਣਾ। ਸੋ ਇਸ ਲਈ ਸਾਧ ਸੰਗਤ ਜੀ, ਭਾਈ ਸਾਹਿਬ ਨੇ 2 ਕਿਰਤਾਂ ਜਿਹੜੀਆਂ ਦਿੱਤੀਆਂ ਸਨ, ਇਹ ਉਹਨਾਂ ਦਾ ਸਾਡੇ ਉੱਤੇ ਬਹੁਤ ਵੱਡਾ ਪਰਉਪਕਾਰ ਹੈ। ਇਹ ਜਿਹੜੇ ਫਿਰ ਗੁਰਸਿੱਖਾਂ ਦੀ ਭਗਤਮਾਲ ਭਾਈ ਸਾਹਿਬ ਨੇ ਰਚੀ ਨਾ, ਇਸ ਭਗਤਮਾਲ ਦੇ ਵਿੱਚ ਸਾਧ ਸੰਗਤ ਜੀ ਸਾਰੇ ਪ੍ਰਸੰਗ ਉਹਨਾਂ ਨੇ ਵਿਸਥਾਰ ਵਿੱਚ ਲਿਖੇ। ਫਿਰ ਮਹਾਂਪੁਰਖ ਬ੍ਰਹਮ ਗਿਆਨੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਉਹ ਸਾਰੇ ਪ੍ਰਸੰਗਾਂ ਨੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਅੰਕਿਤ ਕੀਤਾ। ਇਹ ਧੰਨ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦੇ ਪ੍ਰਸੰਗ ਹਨ। ਜਿਵੇਂ ਉਦੋਂ ਸਿੱਖਾਂ ਦੀ ਕਲਿਆਣ ਹੋਈ, ਜੇ ਆਪਾਂ ਵੀ ਭਾਈ ਇਹਨਾਂ ਪ੍ਰਸੰਗਾਂ ਦੀ ਸ਼ੁਭ ਸਿੱਖਿਆ ਵਿੱਚੋਂ ਕੋਈ ਨਾ ਕੋਈ ਸਤਿਗੁਰੂ ਜੀ ਦਾ ਉਪਦੇਸ਼ ਅਸੀਂ ਕਮਾ ਲਈਏ ਤਾਂ ਸਾਡੇ ਉੱਤੇ ਵੀ ਵੈਸੀ ਹੀ ਕਿਰਪਾ ਹੋ ਜਾਏਗੀ। ਸੋ ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਇੱਕ ਵਾਰੀ ਸਾਰੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨੰਦ ਮੁਰਾਰੀ ਸੁਮਤ ਮਹਾਨੀ। ਬੜੇ ਸੁਮਤੀ ਦੇ ਦਾਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਿੱਖ ਔਰ ਮਹਾਨ ਸਿੱਖ, ਸ੍ਰੇਸ਼ਟ ਮਤ ਦੇ ਧਾਰਨੀ, ਸ੍ਰੇਸ਼ਟ ਗੁਣਾਂ ਦੇ ਧਾਰਨੀ, ਸ਼ੁਭ ਮਤੀ ਨੂੰ ਕਮਾਉਣ ਵਾਲੇ ਭਾਈ ਮੁਰਾਰੀ ਜੀ ਜੋ ਆਨੰਦ ਜਾਤੀ ਵਿੱਚੋਂ ਹਨ। ਮਹਾਪੁਰਖ ਸਿੱਖ ਆਤਮ ਗਿਆਨੀ। ਇਹ ਬੜੇ ਮਹਾਪੁਰਖ ਆਤਮ ਗਿਆਨੀ, ਆਤਮ ਸਰੂਪ ਦਾ ਜਿਹਨੂੰ ਗਿਆਨ ਹੋ ਗਿਆ ਉਹਨੂੰ ਆਤਮ ਗਿਆਨੀ ਕਿਹਾ ਜਾਂਦਾ ਹੈ। ਭਾਵ ਬ੍ਰਹਮ ਗਿਆਨੀ ਸਿੱਖ ਸਨ। ਨਾਨੋ ਲਟਕਣ ਜਾਤ ਸੁਜਾਨਾ। ਭਾਈ ਨਾਨੋ, ਭਾਈ ਲਟਕਣ ਬੜੀ ਉੱਚੀ ਜਾਤੀ ਦੇ ਸ੍ਰੇਸ਼ਟ ਸਿੱਖ ਸਨ। ਬਿੰਦਰਾਓ ਸਿੱਖ ਮਿਲ ਕਲਿਆਣਾ। ਇਹ ਬਿੰਦਰਾ ਜਾਤੀ ਦੇ ਵਿੱਚੋਂ ਸਨ। ਕਈਆਂ ਨੇ ਬਿੰਦਰਾ ਇਹ ਨਾਮ ਸਿੱਖ ਦਾ ਕਲਪ ਲਿਆ, ਪਰ ਨਹੀਂ, ਇਹ ਬਿੰਦਰਾ ਜਾਤੀ ਦੇ ਸਿੱਖ ਸਨ। ਭਾਈ ਨਾਨੋ ਲਟਕਣ ਆਲਮ ਚੰਦ ਹਾਂਡਾ ਜੋ ਉਚਾਰਾ। ਔਰ ਇਸੇ ਤਰ੍ਹਾਂ ਭਾਈ ਕਲਿਆਣਾ ਔਰ ਭਾਈ ਆਲਮ ਚੰਦ ਹਾਂਡਾ ਜਾਤੀ ਵਿੱਚੋਂ। ਇਹ ਖੱਤਰੀਆਂ ਦੀਆਂ ਜਾਤੀਆਂ ਹਨ ਸਾਧ ਸੰਗਤ ਜੀ, ਵੱਖ-ਵੱਖ ਥਾਵਾਂ ਤੇ ਅੱਜ ਵੀ ਵੇਖਣ ਨੂੰ ਪੂਰਨ ਰੂਪ ਦੇ ਵਿੱਚ ਹਿੰਦੁਸਤਾਨ ਵਿੱਚ ਮਿਲਦੀਆਂ। ਇਉਂ ਭਾਈ ਆਲਮ ਚੰਦ ਹਾਂਡਾ ਜਾਤੀ ਦਾ ਸੀ। ਤਾਲਵਾੜ ਬਹਰੋ ਸਹਿਸਾਰਾ। ਭਾਈ ਸਹਿਸਾਰਾ ਤਾਲਵਾੜ ਜਾਤੀ ਦੇ ਵਿੱਚੋਂ ਸਨ।
ਸਭ ਮਿਲ ਕਰ ਜਨ ਮਨ ਜਗਿਆਸੀ। ਇਹ ਸਾਰੇ ਮਿਲ ਕੇ ਇਕੱਠੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਏ ਹੈ। ਇਹਨਾਂ ਦੇ ਮਨ ਵਿੱਚ ਜਗਿਆਸਾ ਆਈ ਹੈ। ਵੈਸੇ ਤਾਂ ਜਗਿਆਸੂ ਉਸ ਨੂੰ ਕਿਹਾ ਜਾਂਦਾ ਹੈ, ਜਗਿਆਸਾ ਮਿਤੀ ਇਤੀ ਜਗਿਆਸਾ, ਜਿਹਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਪੈਦਾ ਹੋ ਗਈ, ਉਸ ਨੂੰ ਜਗਿਆਸੂ ਕਿਹਾ ਜਾਂਦਾ। ਆਸਾ ਜਾਗ ਪੈਣੀ। ਜਗਿਆਸਾ ਦਾ ਅਰਥ ਹੈ ਆਸਾ, ਉਹ ਇੱਛਾ, ਉਹ ਸੰਕਲਪ ਤੁਹਾਡੇ ਅੰਦਰ ਜਾਗ ਪੈਣਾ, ਜਿਸ ਸੰਕਲਪ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ। ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਸਤੇ ਮਨ ਵਿੱਚ ਇੱਛਾ ਪੈਦਾ ਹੋ ਜਾਏ। ਜਗਿਆਸੂ ਦੀ ਬਹੁਤ ਵੱਡੀ ਸਾਧਨਾ ਹੈ, ਬੜੀ ਕਠਿਨ ਸਾਧਨਾ ਹੈ। ਜਗਿਆਸੂ ਸਾਧਨਾ ਕਰਦਾ ਕਰਦਾ ਹੀ ਆਪਣੇ ਗੁਰੂ ਪਰਮੇਸ਼ਰ ਦੇ ਤੱਕ ਪਹੁੰਚ ਪਾਉਂਦਾ ਹੈ। ਇਸ ਕਰਕੇ ਇਹ ਆਪਣੇ ਹਿਰਦੇ ਵਿੱਚ ਗੁਰੂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਲੈ ਕੇ ਸਾਰੇ ਮਿਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਏ ਆ। ਆਪਾਂ ਮਹਾਰਾਜ ਦੇ ਚਰਨਾਂ 'ਚ ਕੋਈ ਦੁਨੀਆ ਦੇ ਸੁੱਖ ਲੈਣ ਵਾਸਤੇ ਆਉਂਦਾ, ਕੋਈ ਮੁਕਤੀ ਲੈਣ ਵਾਸਤੇ ਆਉਂਦਾ, ਕੋਈ ਸਰੀਰ ਦੇ ਕਸ਼ਟ ਕੱਟਣ ਵਾਸਤੇ ਆਉਂਦਾ, ਪਰ ਪਰਮੇਸ਼ਰ ਦੀ ਪ੍ਰਾਪਤੀ ਦਾ ਇੱਛਕ ਕੋਈ ਵਿਰਲਾ ਹੀ ਹੈ ਜਿਹੜਾ ਸਤਿਗੁਰੂ ਦੇ ਚਰਨਾਂ ਵਿੱਚ ਸਤ ਸੰਗਤ ਦੇ ਵਿੱਚ ਆਉਂਦਾ ਹੈ। ਇਸ ਲਈ ਇਹਨਾਂ ਨੇ ਭਾਈ ਕੇਵਲ ਵਾਹਿਗੁਰੂ ਦੀ ਪ੍ਰਾਪਤੀ ਦੀ ਜਗਿਆਸਾ ਇੱਛਾ ਲੈ ਕੇ ਆਏ ਆ। ਮਿਲ ਕੇ ਆਏ ਸ੍ਰੀ ਅਰਜਨ ਕੇ ਪਾਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ ਹਨ ਦਰਸ਼ਨ ਕਰਨ ਵਾਸਤੇ। ਕਰ ਬੰਧਨ ਕੋ ਅਰਜ ਗੁਜਾਰੀ। ਸਤਿਗੁਰਾਂ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਬੇਨਤੀ ਕੀਤੀ, ਅਰਜ ਗੁਜਾਰੀ ਹੈ। ਗੁਰੂ ਗਰੀਬ ਨਿਵਾਜ ਮੁਰਾਰੀ। ਇਹ ਮੋਰ ਹੰਕਾਰ ਰੂਪ ਦੈਂਤ ਨੂੰ ਕੱਟਣ ਵਾਲੇ, ਜਿਹੜਾ ਮੁਰਾਰੀ ਸ਼ਬਦ ਹੈ ਨਾ, ਮੋਰ ਦੈਂਤ ਨੂੰ ਮਾਰਨ ਤੋਂ ਪਰਮੇਸ਼ਰ ਦਾ ਨਾਮ, ਭਗਵਾਨ ਦਾ ਨਾਮ ਮੁਰਾਰੀ ਪਿਆ। ਔਰ ਮੋਰ ਸਭ ਤੋਂ ਵੱਡਾ ਮੋਰ ਦੈਂਤ ਕੀ ਆ? ਹੰਕਾਰ। ਹੰਕਾਰ ਨਾਲੋਂ ਵੱਡਾ ਦੈਂਤ ਕੋਈ ਨਹੀਂ। ਔਰ ਹੰਕਾਰ ਰੂਪ ਦੈਂਤ ਨੂੰ ਕੱਟਣ ਦੀ ਸਮਰੱਥਾ ਗੁਰੂ ਸਾਹਿਬ ਵਿੱਚ ਜਾਂ ਵਾਹਿਗੁਰੂ ਪਰਮੇਸ਼ਰ ਵਿੱਚ ਹੈ। ਇਸ ਕਰਕੇ ਭਾਈ ਜਿਹੜਾ ਹੰਕਾਰ ਰੂਪ ਦੈਂਤ ਨੂੰ ਕੱਟਣ ਵਾਲੇ, ਗਰੀਬਾਂ ਨੂੰ ਨਵਾਜਣ ਵਾਲੇ, ਹੇ ਮੁਰਾਰੀ ਸਤਿਗੁਰੂ ਜੀ, ਦੇਹੁ ਉਪਦੇਸ਼ ਹਰਹੁ ਦੁਖ ਭਾਰਾ। ਐਸਾ ਉਪਦੇਸ਼ ਦਿਓ ਆਪਣੇ ਚਰਨਾਂ ਵਿੱਚੋਂ ਜਿਹੜਾ ਸਭ ਤੋਂ ਵੱਡਾ ਭਾਰੀ ਦੁੱਖ ਹੈ। ਉਹ ਕੀ ਹੈ? ਜੰਮਣ ਮਰਨ ਦਾ ਦੁੱਖ, 84 ਲੱਖ ਜੂਨਾਂ ਦੇ ਵਿੱਚ ਪੈਣਾ। ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੈ। ਜੰਮਣ ਮਰਨ ਦਾ ਦੁੱਖ ਹੀ ਸਭ ਤੋਂ ਵੱਡਾ ਦੁੱਖ ਹੈ ਭਾਈ। ਇਸ ਕਰਕੇ ਮਹਾਰਾਜ, ਇਹ ਜੰਮਣ ਮਰਨ ਦਾ ਜਿਹੜਾ ਵੱਡਾ ਭਾਰੀ ਦੁੱਖ ਹੈ, ਇਹ ਸਾਡਾ ਨਾਸ ਹੋ ਜਾਏ, ਮਿਟ ਜਾਵੇ। ਸ਼ਰਨ ਪਰੇ ਸਭ ਕਰਹੁ ਉਧਾਰਾ। ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ, ਮਹਾਰਾਜ ਸਾਡਾ ਉਧਾਰ ਕਰ ਦਿਓ। ਸ੍ਰੀ ਸਤਿਗੁਰ ਜੀ ਬਾਕ ਪ੍ਰਕਾਸ਼ਾ। ਇਹਨਾਂ ਉੱਤੇ ਕਿਰਪਾ ਕਰਨ ਵਾਸਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਬਚਨ ਪ੍ਰਕਾਸ਼ਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਦਾ ਹੈ। ਫਿਰ ਭਾਈ ਸਤਿਗੁਰੂ ਜੀ ਦਾ ਹੁਕਮਨਾਮਾ, ਸ਼੍ਰੀ ਮੁਖਵਾਕ ਆਪਾਂ ਲੈਂਦੇ ਹਾਂ। ਇਉਂ ਸਤਿਗੁਰੂ ਦੇ ਮੁਖ ਵਿੱਚੋਂ ਬਚਨ ਜਿਹੜੇ ਆ ਪ੍ਰਕਾਸ਼ਮਾਨ ਹੁੰਦੇ ਆ। ਉਹ ਪ੍ਰਕਾਸ਼ਮਾਨ ਕਿਉਂ ਹੈ? ਜਦੋਂ ਬਚਨ ਸਿੱਖ ਦੇ ਹਿਰਦੇ ਵਿੱਚ ਜਾਂਦੇ ਉੱਥੇ ਐਸਾ ਪ੍ਰਕਾਸ਼ ਕਰ ਦਿੰਦੇ, ਅਗਿਆਨ ਦੇ ਹਨੇਰੇ ਨੂੰ ਮੇਟ ਦਿੰਦੇ। ਇੰਨੇ ਗੁਰੂ ਦੇ ਬਚਨਾਂ ਦਾ ਪ੍ਰਕਾਸ਼ ਹੈ, ਇੰਨਾ ਗੁਰੂ ਦੇ ਬਚਨਾਂ ਦੀ ਲੋ ਹੈ। ਇਸ ਕਰਕੇ ਸ੍ਰੀ ਮੁਖਵਾਕ ਬਚਨ ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਕਹੇ, ਕਰੋ ਸ਼ਬਦ ਕੋ ਨਿਤ ਅਭਿਆਸਾ। ਸਿੱਖੋ ਜਿਹੜਾ ਗੁਰ ਸ਼ਬਦ ਤੁਹਾਨੂੰ ਗੁਰੂ ਘਰ ਵਿੱਚੋਂ ਮਿਲਿਆ ਹੈ, ਨਾਮ, ਇਸ ਦਾ ਅਭਿਆਸ ਕਰੋ। ਅਭਿਆਸ ਕੀ ਹੋਣਾ? ਬਾਰ-ਬਾਰ ਜਪਣਾ, ਬਾਰ-ਬਾਰ ਰਸਨਾ ਨਾਲ ਜਪੋ, ਸੁਰਤ ਨਾਲ ਜਪੋ, ਲੇਵ ਨਾਲ ਜਪੋ, ਮਨ ਨਾਲ ਜਪੋ। ਸਵਾਸਾਂ ਵਿੱਚ, ਮਨ ਵਿੱਚ, ਲੇਵ ਵਿੱਚ, ਸੁਰਤ ਵਿੱਚ ਸਿਮਰਨ ਹੁੰਦਾ ਔਰ ਰਸਨਾ ਨਾਲ ਜਪਣਾ ਹੁੰਦਾ। ਮਹਾਰਾਜ ਕਹਿੰਦੇ ਭਾਈ ਅਭਿਆਸ ਕਰੋ ਬਾਰ-ਬਾਰ। ਅਭਿਆਸ ਤੋਂ ਬਿਨਾਂ ਗੱਲ ਨਹੀਂ ਬਣਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਿਤਾ ਪ੍ਰਤੀ, ਹਮੇਸ਼ਾ, ਇੱਕ ਦਿਨ ਨਹੀਂ। ਨਿਤ ਦਾ ਅਰਥ ਹੁੰਦਾ ਹਰ ਰੋਜ਼। ਨਿਤਾ ਪ੍ਰਤੀ ਇਹ ਅਭਿਆਸ ਕਰੋ, ਗੁਰ ਸਿੱਖੋ, ਗੁਰ ਸ਼ਬਦ ਦੇ ਅਭਿਆਸੀ ਬਣੋ।
ਸਿੱਖ ਸੰਤਨ ਕੀ ਸੇਵਾ ਧਰੀਐ। ਜਿਹੜੇ ਗੁਰੂ ਕੇ ਸਿੱਖ ਹੋਣ, ਜਿਹੜੇ ਸੰਤ ਹੋਣ, ਉਹਨਾਂ ਦੀ ਸੇਵਾ ਕਰਨ ਵਾਸਤੇ ਆਪਣੇ ਹਿਰਦੇ ਵਿੱਚ ਭਾਵਨਾ ਧਾਰਨ ਕਰੋ, ਭਾਵ ਸੇਵਾ ਕਰਿਆ ਕਰੋ ਹਮੇਸ਼ਾ ਵਾਸਤੇ। ਸਤਨਾਮ ਕੋ ਸਿਮਰਨ ਕਰੀਐ। ਵਾਹਿਗੁਰੂ ਪਰਮੇਸ਼ਰ ਆ, ਉਹਦੇ ਨਾਮ ਦਾ ਸਿਮਰਨ ਕਰਨਾ ਕਰੋ। ਸੁਨਤ ਗੁਰੂ ਤੇ ਸਭਨ ਬਖਾਨਾ। ਸਤਿਗੁਰੂ ਜੀ ਦਾ ਬਚਨ ਸੁਣ ਕੇ ਫੇਰ ਸਾਰਿਆਂ ਨੇ ਬੇਨਤੀ ਕੀਤੀ ਹੈ, ਹਮ ਜਬ ਸ਼ਬਦ ਸੁਨਹਿ ਦੇ ਕਾਨਾ। ਇਹ ਮਹਾਰਾਜ ਜਦੋਂ ਅਸੀਂ ਨਾ ਕੰਨ ਦੇ ਕੇ ਧਿਆਨ ਨਾਲ ਦੇਖੋ, ਧਿਆਨ ਬੜੀ ਵੱਡੀ ਸ਼ਕਤੀ ਦਾ ਇੱਕ ਕੇਂਦਰ ਮੰਨਿਆ ਜਾਂਦਾ ਹੈ। ਤੁਹਾਡਾ ਧਿਆਨ ਨਹੀਂ ਨਾ ਕਿਸੇ ਗੱਲ ਵਿੱਚ, ਬੰਦਾ ਸਾਰੀ ਦਿਹਾੜੀ ਬੋਲੀ ਜਾਵੇ, ਕੋਈ ਕਹੀ ਜਾਵੇ, ਤੁਹਾਨੂੰ ਸੁਣਿਆ ਵੀ ਉਹਦਾ ਕੋਈ ਅਸਰ ਨਹੀਂ ਹੋਏਗਾ, ਸੁਣਿਆ ਵੀ ਅਣਸੁਣਿਆ ਵਰਗਾ ਹੀ ਲੱਗੇਗਾ। ਤੇ ਜੇ ਤੁਹਾਡੀ ਬਿਰਤੀ ਇਕਾਗਰ ਹੈ, ਧਿਆਨ ਜੁੜਿਆ ਹੋਇਆ ਹੈ, ਤਾਂ ਜੋ ਜੋ ਬਚਨ ਤੁਸੀਂ ਸੁਣੋਗੇ ਇੱਕ ਇੱਕ ਤੁਹਾਨੂੰ ਚੇਤੇ ਹੋ ਜਾਂਦਾ। ਚੇਤੇ ਵਿੱਚ ਵਸ ਜਾਣਾ ਕਿਸੇ ਸ਼ਬਦ ਨੇ, ਇਹ ਧਿਆਨ ਦੁਆਰਾ ਹੀ ਸਾਰੀ ਪ੍ਰਕਿਰਿਆ ਹੁੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ, ਜਿਹੜਾ ਗੁਰ ਸ਼ਬਦ ਹੈ ਨਾ, ਇਹਦਾ ਕੱਲਾ ਜ਼ੁਬਾਨ ਨਾਲ ਹੀ ਨਾ ਜਾਪ ਕਰੀ ਜਾਇਆ ਕਰੋ। ਇਹ ਕਹਿਣ ਲੱਗੇ ਹਮ ਜਬ ਸ਼ਬਦ ਸੁਣੇ ਦੇ ਕੰਨ। ਹਾਂਜੀ, ਕਹਿੰਦੇ ਜਦੋਂ ਅਸੀਂ ਮਹਾਰਾਜ ਕੰਨ ਦੇ ਕੇ ਪੂਰੇ ਧਿਆਨ ਨਾਲ ਸ਼ਬਦ ਨੂੰ ਸੁਣਦੇ ਹਾਂ, ਜਿਹੜਾ ਗੁਰ ਸ਼ਬਦ ਅਸੀਂ ਰਸਨਾ ਨਾਲ ਬੋਲਦੇ ਹਾਂ, ਗੁਰਸਿੱਖ ਨੇ ਮੂਲ ਮੰਤਰ ਬੋਲਿਆ, ਰਸਨਾ ਨਾਲ ਉਚਾਰਿਆ, ਵਾਹਿਗੁਰੂ ਮੰਤਰ ਉਚਾਰਿਆ, ਕੰਨ ਦੇ ਕੇ ਸੁਣਿਓ, ਬੜਾ ਸਮਾਂ ਲੱਗ ਜਾਂਦਾ। ਔਰ ਸੁਣਨ ਨਾਲ ਹੀ ਮਨ ਦੀ ਬਿਰਤੀ ਜੁੜਦੀ ਹੈ ਸ਼ਬਦ ਵਿੱਚ, ਇਕਾਗਰਤਾ ਤਾਂ ਹੀ ਆਉਂਦੀ ਹੈ। ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖਾ ਕਥ ਕਹਾਣੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 4 ਪੌੜੀਆਂ ਸ੍ਰੀ ਜਪਜੀ ਸਾਹਿਬ ਵਿੱਚ ਸਰਵਣ ਦੇ ਮਹਾਤਮ ਦੀਆਂ ਉਚਾਰੀਆਂ। ਇੱਕ ਜੇ ਇੱਕ ਨਾਲ ਹੀ ਗੱਲ ਬਣਦੀ ਹੁੰਦੀ ਤਾਂ ਇੱਕੋ ਵੇਰੀ ਕਹਿ ਦਿੰਦੇ। 4 ਪੌੜੀਆਂ ਸਰਵਣ ਦੀਆਂ ਉਚਾਰੀਆਂ ਸਤਿਗੁਰੂ ਜੀ ਨੇ, ਔਰ ਫਲ ਵੀ ਦੱਸਿਆ ਵੀ ਜਿਹੜਾ ਗੁਰਸਿੱਖ ਪੂਰੀ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਬਾਣੀ ਨੂੰ ਸੁਣ ਲੈਂਦਾ, ਨਾਮ ਅਭਿਆਸ ਨੂੰ ਸੁਣਦਾ ਹੈ, ਐਨ ਜੋ ਮੁਖੋਂ ਬੋਲਿਆ ਇੱਕ ਇੱਕ ਸ਼ਬਦ ਕੰਨਾਂ ਨਾਲ ਸੁਣ ਲਵੇ, ਉਹਦੇ ਉੱਤੇ 2 ਵੱਡੀਆਂ ਬਖਸ਼ਿਸ਼ਾਂ ਹੁੰਦੀਆਂ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। 3 ਬਖਸ਼ਿਸ਼ਾਂ। ਇੱਕ ਤਾਂ ਉਹਦੇ ਅੰਦਰ ਭਗਤੀ ਦਾ ਖੇੜਾ ਪੈਦਾ ਹੋ ਜਾਂਦਾ, ਐਨ ਮਨ ਖਿੜ ਜਾਂਦਾ, ਉਹਦਾ ਰੋਮ ਰੋਮ ਖਿੜ ਜਾਂਦਾ। ਦੂਜਾ, ਉਹਦੇ ਦੁੱਖ ਵੀ ਨਾਸ ਹੋ ਜਾਂਦੇ ਆ। ਤੀਜਾ, ਉਹਦੇ ਪਾਪ ਵੀ ਮਿਟ ਜਾਂਦੇ। ਇੰਨਾ ਸਰਵਣ ਦਾ ਮਹਾਤਮ ਦੱਸਿਆ ਗੁਰਬਾਣੀ ਦੇ ਵਿੱਚ। ਨਾਮ ਦਾ ਮਹਾਤਮ ਗੁਰਬਾਣੀ ਵਿੱਚ ਹੋਰ ਥਾਵਾਂ ਤੇ ਵੀ ਵਰਣਨ ਹੈ। ਨਾ ਇਹ ਸੁਣਿਆ ਮਨ ਸਿੱਧ ਹੈ, ਇਦਾਂ ਦੀਆਂ ਪੰਕਤੀਆਂ ਸਾਰੀਆਂ ਆਉਂਦੀਆਂ ਹਨ ਕਿ ਨਾਮ ਨੂੰ ਸੁਣ ਕੇ ਭਾਈ ਸਾਰੀਆਂ ਰਿੱਧੀਆਂ ਸਿੱਧੀਆਂ ਸਭ ਪ੍ਰਾਪਤ ਹੋ ਜਾਂਦੀਆਂ ਹਨ। ਨਾਮ ਨੂੰ ਸੁਣ ਕੇ ਆਨੰਦ ਪ੍ਰਾਪਤ ਹੋ ਜਾਂਦਾ ਹੈ। ਨਾਮ ਨੂੰ ਸੁਣ ਕੇ ਦੁੱਖ ਕੱਟੇ ਜਾਂਦੇ ਹੈ। ਨਾਮ ਨੂੰ ਸੁਣ ਕੇ ਸਰੀਰ ਦੇ ਰੋਗ ਵੀ ਕੱਟੇ ਜਾਂਦੇ ਹੈ। ਔਰ ਸਤਿਗੁਰੂ ਜੀ ਫਰਮਾਨ ਕਰਦੇ ਹੈ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਸੱਚੀ ਬਾਣੀ ਸੁਣ ਲਈ ਨਾ, ਧਿਆਨ ਪੂਰਵਕ ਸੁਣ ਲਈ, ਉਹਨਾਂ ਦੇ ਦੁੱਖ ਪਾਪ ਸਾਰੇ ਕੱਟੇ ਜਾਂਦੇ ਆ। ਇਸ ਕਰਕੇ ਬਾਣੀ ਨੂੰ ਕੰਨਾਂ ਨਾਲ ਸੁਣਨਾ, ਇਹ ਅਵਸਥਾ ਹੈ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖਾ ਕਥ ਕਹਾਣੀ। ਫੋਟੋ ਦਾ ਧਿਆਨ ਕਰਨ ਦੀ ਤਾਂ ਲੋੜ ਹੈ ਨਾ, ਜੇ ਪਰਮੇਸ਼ਰ ਨੇ ਕੰਨ ਨਾ ਲਾਏ ਹੋਣ ਤੁਹਾਡੇ। ਸਤਿਗੁਰੂ ਜੀ ਨੇ ਸੁਖੈਨ ਸਾਧਨ ਦੱਸ ਦਿੱਤਾ ਕਿ ਭਾਈ ਤੂੰ ਬਾਣੀ ਦੀ ਜਿਹੜੀ ਧੁਨ ਬੋਲਦਾ ਨਾ, ਰਸਨਾ ਨਾਲ ਉਚਾਰਦਾ, ਇਸ ਧੁਨ ਵਿੱਚ ਧਿਆਨ ਦੇ। ਭਾਵ ਧਿਆਨ ਕੀ ਦੇਣਾ, ਸੁਣਨਾ ਕਰ। ਜਦੋਂ ਤੂੰ ਇੱਕ ਇੱਕ ਅੱਖਰ ਸੁਣੇਗਾ ਗੁਰ ਸ਼ਬਦ ਦਾ, ਬਾਣੀ ਦਾ, ਤਾਂ ਅਕਥ ਕਹਾਣੀ ਜਿਸ ਵਾਹਿਗੁਰੂ ਪਰਮੇਸ਼ਰ ਦੀ ਆ, ਉਹ ਤੈਨੂੰ ਪ੍ਰਾਪਤ ਹੋ ਜਾਏਗਾ। ਇੰਨਾ ਫਲ ਸਰਵਣ ਕਰਨ ਦਾ। ਮਨ ਦੀ ਇਕਾਗਰਤਾ ਬਣਾਉਣੀ ਸਰਵਣ ਦੁਆਰਾ ਬਣੇਗੀ।
जे सुनते नहीं तो जिन्ना मर्जी जपी जाओ, एकाग्रता नहीं बनती। एकाग्रता तो बिना अगे रस नहीं आता, आनंद नहीं आता। आनंद आए तो बिना मन कदे शांत नहीं होता। बाणी पढ़ के सुन के जदों मन विच जाके बाणी वसदी है ना, फिर ऐन मन तरो ताजा हो जाता, हल्का फुल वर्गा हो जाता, ऐन शांति दे विच आके मन टिक जाता, उहदे विचों फिर रस पैदा हुंदा, आनंद प्राप्त हुंदा। इस करके भाई ये सिख कहंदे महाराज जदों कन दे के शब्द नूं सुनदे हां तब मन निमर सिमर सतनाम, फिर वाहिगुरू दा सिमरन करदिआं मन निमर नीमा हुंदा है। मन झुक जाता, किधर नूं झुकदा? गुरु दी तरफ झुक जाता। निबड़ा की है? गुरु वल नूं झुक जाना। गुरु वल नूं नीवा होण दा मतलब की है संगत जी? कि पाप विकार औगुण छड्डदे ने, शुभ गुणां नूं धारण करना, ये गुरु वल झुकना हुंदा। सत संतोख दया धर्म धीरज ये गुण जदों मन विच आ जांदे तां समझ लो मन झुक गया गुरु वल नूं। सेवा विच प्रेम पैदा हो गया, सेवा करन लग पिया, कहंदे मन झुक गया दा गुरु वल। बाणी पढ़न लग पिया, मन झुक गया गुरु वल। सिमरन अभ्यास करन लग पिया, मन झुक गया गुरु वल। संगत विच आउंदा है तां समझ लो मन गुरु विच झुक गया, गुरु वल झुक गया, इधर लग गया, इधर आ गया है। गुरु दी तरफ, परमेश्वर दी तरफ झुकण नाल ना जीवन विच परम आनंद प्राप्त हुंदा। दुनिया वल झुक के देख लो, दुख ही दुख है। दुखी दुनी सहेड़ी है, जाए तो लगे दुख। दुनिया दे किसी पदार्थ वाल भी झुक के वेख लो। कोई वड्डे तो वड्डा साधक साधना करदा, उहदे मन विच कोई पदार्थ की इच्छा आउंदी है, मन उधर नूं झुकदा ना, उहदे मन विच कल्पना पैदा हो जाती है, उहदी शांति भंग हो जाती है। वो कल्पना मन नूं इन्ना तड़फा दिंदी है, वो फुरना वो कामना पूरी नहीं होंदी, फिर उस कल्पना दे वहण दे विच ही जग्यासू बह जांदा। गुरु वल झुक लै, गुरु दी तरफ तुर पै, आपे सब कुछ मगर मगर आ जाएगा तेरे। सूरज वल नूं मुख करके तुरीए, बड़ा सादा प्रमाण, हर एक ही दंदा सियाणा सुमतिवान जिहड़ा हुंदा वो बड़ा सोहना ये प्रमाण दंदे आ। कहंदे सूरज वल मुख करिए, परछावां मगर मगर तुरिया आउंदा, सूरज वल पिठ करके तुरो, परछावां अगे ते तुसीं पिछे। इवें कहंदे संसार दे सुख माया पदार्थ ये परमेश्वर दी छाया है, प्रभु दी जिहड़ी ये छां मन्नी है। जिवें आपां कहंदे नहीं भी मर्द दी माया बिरख दी छाया, मर्द दी जिहड़ी माया ये छां मन्नी है। जिवें शरीर दी छां तुहाडे नाल नाल चलदी है ना, परछावां, इवें परमेश्वर दा नाम जिहड़ा वाहिगुरू दी भगती है, संसार दे सुख, संसार दी माया दौलत, ये सारे नाम दी छां भाई। जे गुरु साहब परमेश्वर वाल मुख करके तुरीए, गुरु वाल नूं झुकीए, तुरना की है? बाणी सिमरन अभ्यास विच लगना, तो मगर मगर आपे तुरिया आउंदा सब कुछ, गुर सिखां दे मगर मगर। और जे गुरु वाल पिठ करिए, परमेश्वर वाल पिठ करके तुरीए, परछावां अगे दौड़ेगा, तुसी पिछे रह जाओगे। जिमें ये बड़ा आश्चर्य है, परछावां कदे हथ विच नहीं आएगा, लख यतन करके देख लो, प्रैक्टिकल करके देख लो। परछावां पढ़ोगे ना, अपनी छाया जिहड़ी छां हुंदी है, परछावां वो तुहाडे हथ विच नहीं आउंदा। कहंदे सारी जिंदगी भटकी जा, गुरु वाल पिठ करके तुर, परमेश्वर वाल पिठ करके तुर, भटकना ही रह जानिया, हथ विच पल्ले कुछ नहीं आउणा। ये छाया परमेश्वर दी है, माया जिहड़ी है उहदी छां है, परछावां है। जे उधर नूं तुरेगा, तेरे मगर मगर सारा कुछ ही तुरिया आएगा। इस करके महाराज कहंदे आ
ਜਾਮਾ ਨਿਮਰ ਸਿਮਰ ਸਤਨਾਮ ਕਿ ਮਹਾਰਾਜ ਜਦੋਂ ਸਿਮਰਨ ਕਰੀਦਾ ਨਾ ਮਨ ਨਿਭ ਜਾਂਦਾ, ਮਨ ਗੁਰੂ ਦੀ ਤਰਫ ਨੂੰ ਝੁਕ ਜਾਂਦਾ। ਝੁਕਿਆ ਹੀ ਸਭ ਕੁਝ ਪ੍ਰਾਪਤ ਹੁੰਦਾ। ਸਾਧ ਸੰਗਤ ਜੀ, ਬਿਨਾਂ ਝੁਕੇ ਤੋਂ ਕੁਝ ਨਹੀਂ ਮਿਲਦਾ। ਇੱਕ ਬੜੀ ਸੁਣੀ ਬੜੀ ਸੁੰਦਰ ਗਾਥਾ ਸਿਮਰਤੀਆਂ ਵਿੱਚ ਆਉਂਦੀ ਹੈ। ਕਹਿੰਦੇ ਇੱਕ ਵਾਰੀ ਨਦੀ ਦੇ ਪ੍ਰਵਾਹ ਦੇ ਵਿੱਚ ਪਾਣੀ ਦਾ ਹੜ੍ਹ ਆ ਗਿਆ, ਔਰ ਹੜ੍ਹ ਵੀ ਇੰਨਾ ਜ਼ੋਰ ਦੀ ਆਇਆ ਨਾ, ਜਿੰਨੇ ਕੰਢਿਆਂ ਤੇ ਬਿਰਛ ਲੱਗੇ ਹੋਏ ਸਨ ਸਾਰਿਆਂ ਨੂੰ ਜੜ੍ਹਾਂ ਤੋਂ ਪੁੱਟ ਕੇ ਲੈ ਗਿਆ। ਕੋਈ ਵੀ ਸਾਬਤ ਨਾ ਬਚਿਆ। ਕੇਵਲ ਬੈਂਤ ਜਿਹੜਾ ਬਾਂਸ ਹੁੰਦਾ ਨਾ, ਉਸ ਦਾ ਬੂਟਾ ਹੀ ਖੜਾ ਰਹਿ ਗਿਆ, ਬਾਕੀ ਸਭ ਪੁੱਟੇ ਗਏ। ਉਹ ਸਿਆਣੇ ਪੁਰਸ਼ ਨੇ ਜਾ ਕੇ ਉਸ ਬਾਂਸ ਨੂੰ ਪੁੱਛਿਆ, ਕਹਿਣ ਲੱਗਾ, ਇਹ ਬਾਂਸ, ਇਸ ਨਦੀ ਦੇ ਹੜ੍ਹ ਦੇ ਪਾਣੀ ਨੇ ਸਾਰੇ ਰੁੱਖ ਜੜ੍ਹਾਂ ਤੋਂ ਪੁੱਟ ਦਿੱਤੇ, ਤੂੰ ਕਿਉਂ ਨਹੀਂ ਪੁੱਟਿਆ ਗਿਆ? ਤੂੰ ਸਹੀ ਸਲਾਮਤ ਕਿਉਂ ਹੈ? ਉਹ ਕਹਿੰਦਾ, ਜਦੋਂ ਪਾਣੀ ਦਾ ਬੜੀ ਜ਼ੋਰ ਦੀ ਹੜ੍ਹ ਆਇਆ, ਮੈਂ ਉਹਦੇ ਸਾਹਮਣੇ ਝੁਕ ਗਿਆ। ਉਹਦੇ ਸਾਹਮਣੇ ਝੁਕਣ ਨਾਲ ਪਾਣੀ ਮੇਰੇ ਉੱਤੋਂ ਦੀ ਲੰਘ ਗਿਆ। ਜੇ ਕਹਿੰਦਾ ਇਹਨਾਂ ਹੰਕਾਰੀਆਂ ਦੀ ਤਰ੍ਹਾਂ ਮੈਂ ਆਕੜ ਕੇ ਖੜਾ ਰਹਿੰਦਾ ਨਾ, ਜਿਵੇਂ ਇਹ ਹੰਕਾਰ ਵਿੱਚ ਖੜੇ ਸਨ, ਤਾਂ ਮੇਰਾ ਵੀ ਨਾਮੋ ਨਿਸ਼ਾਨ ਨਹੀਂ ਇੱਥੋਂ ਲੱਭਣਾ ਸੀ, ਮੈਨੂੰ ਵੀ ਜੜ੍ਹਾਂ ਤੋਂ ਪੁੱਟ ਕੇ ਲੈ ਜਾਣਾ ਸੀ। ਝੁਕਣ ਕਰਕੇ ਮੈਂ ਆਪਣੀ ਹੋਂਦ ਹਸਤੀ ਨੂੰ ਬਚਾ ਸਕਿਆ। ਦੇਖੋ ਕਿੰਨੀਆਂ ਸੋਹਣੀਆਂ ਬੜੀਆਂ ਸਿਧਾਂਤਪੂਰਕ ਉਦਾਹਰਣਾਂ ਹੁੰਦੀਆਂ ਇਹਨਾਂ ਗ੍ਰੰਥਾਂ ਦੇ ਵਿੱਚ। ਵਿਦਿਆ ਪ੍ਰਾਪਤੀ ਵਿੱਚ ਧਾਰਮਿਕ ਗ੍ਰੰਥਾਂ ਦਾ ਅਧਿਐਨ ਬਹੁਤ ਜ਼ਰੂਰ ਕਰਨਾ ਚਾਹੀਦਾ। ਸਾਰਿਆਂ ਨੂੰ ਵਿਦਿਆ ਪੜ੍ਹਨੀ ਚਾਹੀਦੀ ਹੈ। ਜਥੇ ਦੇ ਸਿੰਘਾਂ ਨੂੰ ਬੇਨਤੀ ਕਰਾਂਗਾ ਕਿ ਵਿਦਿਆ ਵੱਧ ਤੋਂ ਵੱਧ ਪੜ੍ਹਿਆ ਕਰੋ, ਪ੍ਰੇਮ ਨਾਲ ਪੜ੍ਹੋ, ਅਭਿਆਸ ਕਰੋ। ਹੁਣ ਤਾਂ ਬੜੀ ਗੁਰੂ ਸਾਹਿਬ ਦੀ ਕਿਰਪਾ, ਮਹਾਂਪੁਰਖਾਂ ਦੀ ਅਸੀਸ ਹੋਈ ਹੈ। ਕਿੰਨੇ ਕਿੰਨੇ ਵਿਦਵਾਨ ਤੁਹਾਡੇ ਕੋਲੇ ਜਥੇ ਦੇ ਵਿੱਚ ਹਨ। ਗਿਆਨੀ ਗੁਰਸੇਵਕ ਸਿੰਘ ਜੀ, ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ, ਔਰ ਭਾਈ ਮੇਜਰ ਸਿੰਘ ਜੀ, ਹੋਰ ਜਿੰਨੇ ਵੀ ਸਾਰੇ ਸਿੰਘ ਹੈ, ਭਗਤ ਜੀ ਹੈ, ਬਾਬਾ ਧਰਮ ਸਿੰਘ ਜੀ ਹੈ। ਸੋ ਭਾਈ ਵਿਦਿਆ ਪੜ੍ਹੋ ਔਰ ਇੰਨੀ ਵਿਦਿਆ ਗ੍ਰਹਿਣ ਕਰੋ। ਇਹਨਾਂ ਵਿਦਿਆ ਨੂੰ, ਗੁਰਮਤ ਦੀ ਵਿਦਿਆ ਦੇ ਨਾਲ ਨਾਲ ਦੂਸਰੇ ਗ੍ਰੰਥਾਂ ਦਾ ਅਧਿਐਨ ਕਰੋ। ਐਨ ਖਜ਼ਾਨਾ ਭਰ ਲਓ ਆਪਣਾ। ਪਤਾ ਲੱਗੇ ਵੀ ਟਕਸਾਲ ਦੇ ਸਿੰਘ ਬੜੀ ਮਿਹਨਤ ਕਰਕੇ ਵਿਦਿਆ ਹਾਸਲ ਕਰ ਰਹੇ ਹੈ। ਬੜਾ ਸੋਹਣਾ ਲਿਖਿਆ, ਵਿਦਿਆ ਤਬ ਲਗ ਪੜੋ ਜਬ ਲਗ ਘਟ ਮੈਂ ਪ੍ਰਾਨ, ਜਹ ਧਨੀ ਪਹੁੰਚੇ ਨਹੀਂ ਤੈ ਪਹੁੰਚੇ ਵਿਦਵਾਨ। ਧਨੀ ਬੰਦੇ ਦੀ ਉੱਥੇ ਪਹੁੰਚ ਨਹੀਂ ਹੋ ਸਕਦੀ, ਭਾਵੇਂ ਸਾਰੀ ਦੁਨੀਆ ਦਾ ਅਮੀਰ ਕਿਉਂ ਨਾ ਹੋਵੇ, ਜਿੱਥੇ ਵਿਦਵਾਨ ਚਲਿਆ ਜਾਂਦਾ। ਵਿਦਵਾਨ ਦਾ ਬਹੁਤ ਸਤਿਕਾਰ ਹੈ। ਵਿਦਿਆ ਬੰਦੇ ਨੂੰ ਬਹੁਤ ਉੱਚੇ ਦਰਜੇ ਤੇ ਲੈ ਜਾਂਦੀ ਹੈ। ਇਸ ਕਰਕੇ ਦੁਨੀਆ ਦਾ ਸਭ ਤੋਂ ਵੱਡਾ ਧਨਾਢ ਬੰਦਾ ਬਿਲ ਗੇਟਸ ਹੈ ਅਮਰੀਕਾ ਵਿੱਚ, ਔਰ ਬੜਾ ਧਰਮੀ ਮਨੁੱਖ ਹੈ, ਬੜਾ ਧਰਮੀ ਦਾਨੀ ਹੈ ਸਾਧ ਸੰਗਤ ਜੀ। ਪਰ ਉਹ ਇਸ ਜਗ੍ਹਾ ਤੇ ਕਿਵੇਂ ਪਹੁੰਚਿਆ? ਉਹਨੇ ਵਿਦਿਆ ਦੇ ਸਿਰ ਤੇ ਪੜ੍ਹ ਕੇ ਖੋਜ ਕੀਤੀ, ਉਸ ਵਿੱਚੋਂ ਉਹਨੂੰ ਸਭ ਕੁਝ ਪ੍ਰਾਪਤ ਹੋਇਆ। ਕੱਲਾ ਧਨ ਕਰਕੇ ਨਹੀਂ ਉਹ ਪਹੁੰਚਿਆ ਏਡੀ ਵੱਡੀ ਥਾਂ ਤੇ ਕਿ ਉਹਨੂੰ ਧਨ ਨੇ ਉੱਥੇ ਪਹੁੰਚਾਤਾ। ਉਹ ਵਿਦਿਆ ਦੇ ਮਾਧਿਅਮ ਨਾਲ ਉੱਥੇ ਪਹੁੰਚਿਆ ਹੈ। ਇਸ ਕਰਕੇ ਵਿਦਿਆ ਪੜ੍ਹਨੀ ਚਾਹੀਦੀ ਹੈ। ਵਿਦਿਆ ਦੇ ਵਿੱਚ ਬਹੁਤ ਕੁਝ, ਨਾਲੇ ਜਿਹੜੀ ਗੁਰਮਤ ਦੀ ਵਿਦਿਆ, ਧਾਰਮਿਕ ਵਿਦਿਆ ਤਾਂ ਪਰਮੇਸ਼ਰ ਦਾ ਰੂਪ ਮੰਨੀ ਗਈ ਹੈ। ਪਰਮੇਸ਼ਰ ਦੇ ਬਹੁਤ ਰੂਪਾਂ ਦੇ ਵਿੱਚੋਂ ਧਾਰਮਿਕ ਵਿਦਿਆ ਵੀ ਇੱਕ ਪਰਮੇਸ਼ਰ ਦਾ ਰੂਪ ਮੰਨਿਆ ਗਿਆ ਹੈ। ਸੰਸਾਰ ਦੀ ਕਲਿਆਣ ਧਾਰਮਿਕ ਵਿਦਿਆ ਦੁਆਰਾ ਹੀ ਹੋ ਸਕਦੀ ਹੈ। ਇਸ ਕਰਕੇ ਕਹਿੰਦਾ ਵੀ ਮੈਂ ਤਾਂ ਬਚ ਗਿਆ, ਮੈਂ ਝੁਕ ਗਿਆ। ਜਿਹੜਾ ਗੁਰੂ ਦੇ ਦਰ ਵੱਲ ਨੂੰ ਝੁਕ ਗਿਆ ਉਹ ਬਚ ਗਿਆ। ਜਿਹੜਾ ਗੁਰੂ ਵੱਲ ਨਹੀਂ ਝੁਕਿਆ, ਹੰਕਾਰ ਵਿੱਚ ਆਕੜ ਕੇ ਖਲੋਤਾ ਰਿਹਾ ਨਾ, ਉਹ ਟੁੱਟ ਜਾਂਦਾ। ਉਹਦੀ ਹੋਂਦ ਹਸਤੀ ਸਮਾਪਤ ਹੋ ਜਾਂਦੀ ਹੈ। ਉਹਦੀ ਹੋਂਦ ਨਹੀਂ ਰਹਿੰਦੀ ਸੰਸਾਰ ਵਿੱਚ। ਝੁਕਣ ਵਾਲੇ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜਥੇਦਾਰ ਬਾਬਾ ਗੁਰਦਿਆਲ ਸਿੰਘ ਜੀ ਨੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ, ਭਿੰਡਰਾਂ ਵਾਲਿਆਂ ਨੂੰ ਪੁੱਛਿਆ ਸੀ ਕਿ ਮਹਾਰਾਜ ਮਹਾਂਪੁਰਖੋ ਨੀਤੀ ਦਾ ਬਚਨ ਕੋਈ ਇੱਕ ਦੱਸ ਦਿਓ।
ਉਹਨਾਂ ਦਾ ਰਾਜਨੀਤੀ ਦੇ ਵਿੱਚ ਬੜਾ ਲਗਾਅ ਸੀ। ਜਦੋਂ ਮੁਲਤਾਨ ਜੇਲ੍ਹ ਵਿੱਚ ਰਹੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਔਰ ਇਸੇ ਤਰ੍ਹਾਂ ਪ੍ਰਿੰਸੀਪਲ ਗੰਗਾ ਸਿੰਘ, ਵੱਡੇ ਵੱਡੇ ਜਿਹੜੇ ਵਿਦਵਾਨ ਸਨ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਗੁਰਬਾਣੀ ਦੇ ਅਰਥ ਪੜ੍ਹਾਏ ਸਨ। ਐਡਾ ਵੱਡਾ ਉਹਨਾਂ ਦਾ ਪਰਉਪਕਾਰ ਸੀ। ਔਰ ਜਦੋਂ ਸ਼੍ਰੋਮਣੀ ਕਮੇਟੀ ਬਣੀ, ਸਭ ਤੋਂ ਪਹਿਲਾਂ ਜਗਰਾਉਂ ਹਲਕੇ ਵਿੱਚੋਂ ਉਹਨਾਂ ਨੂੰ ਆਪਣੇ ਆਪ ਹੀ ਸੰਗਤਾਂ ਨੇ ਬਿਨਾਂ ਵੋਟਾਂ ਤੋਂ ਮੈਂਬਰ ਚੁਣ ਲਿਆ ਸੀ। ਬੜੀ ਕਰਨੀ ਵਾਲੀ ਆਤਮਾ ਸਨ, ਬੜੇ ਨਾਮ ਅਭਿਆਸੀ ਸਨ। ਉਹਨਾਂ ਨੇ ਸੰਤਾਂ ਨੂੰ ਪੁੱਛਿਆ ਕਿ ਮਹਾਰਾਜ ਨੀਤੀ ਦਾ ਕੋਈ ਬਚਨ। ਕਹਿੰਦੇ ਜਥੇਦਾਰਾ ਇਹ ਪੰਕਤੀ ਨਾ ਕਦੇ ਭੁੱਲੀ, ਜੀਵਨ ਵਿੱਚ ਕਦੇ ਮਾਰ ਨਹੀਂ ਖਾਵੇਂਗਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਾਰੇ ਗੁਣਾਂ ਦਾ, ਸਾਰੀਆਂ ਚੰਗਿਆਈਆਂ ਦਾ ਇੱਕੋ ਹੀ ਤੱਤ ਹੈ ਕਿ ਨਿਭ ਕੇ ਰਹੀ। ਇਹਦੇ ਵਿੱਚ ਸਭ ਤੋਂ ਵੱਡੀ ਮਿਠਾਸ ਹੈ। ਕਹਿੰਦੇ ਨੀਤੀ ਦਾ ਬਚਨ ਹੈ, ਜੇ ਝੁੱਕੇ ਰਵੇਂਗਾ, ਨਿਮਰਤਾ ਰੱਖੇਗਾ, ਜੋ ਮਰਜ਼ੀ ਹਾਸਲ ਕਰ ਲਵੇਂਗਾ। ਸਾਰੇ ਸਿਧਾਂਤ ਗੁਰਬਾਣੀ ਵਿੱਚ ਹੀ ਰੱਖੇ ਹੋਏ ਹੈ। ਹੰਕਾਰੀ ਬੰਦਾ ਜ਼ਿੰਦਗੀ ਵਿੱਚ ਕਦੇ ਕੁਝ ਨਹੀਂ ਪ੍ਰਾਪਤ ਕਰ ਸਕਦਾ। ਨਿਮਰਤਾ ਵਾਲਾ ਹੀ ਸਭ ਕੁਝ ਜੀਵਨ ਵਿੱਚੋਂ ਲੈ ਸਕਦਾ। ਹੰਕਾਰੀ ਨੂੰ ਕਦੇ ਕੁਝ ਪ੍ਰਾਪਤ ਹੋਇਆ ਨਹੀਂ ਦੇਖਿਆ। ਹੰਕਾਰੀ ਖਾਲੀ ਰਹਿ ਜਾਂਦਾ ਔਰ ਨਿਮਰਤਾਵਾਨ ਸਭ ਕੁਝ ਪ੍ਰਾਪਤ ਕਰਕੇ ਲੈ ਜਾਂਦਾ। ਨਿਮਰਤਾ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਸੀ, ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋ ਗਈ। ਨਿਮਰਤਾ ਧੰਨ ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ ਸੀ। ਧੰਨ ਗੁਰੂ ਰਾਮਦਾਸ ਜੀ ਦਾ ਸਾਰਾ ਇਤਿਹਾਸ ਪੜ੍ਹ ਲਓ। ਧੰਨ ਗੁਰੂ ਅਰਜਨ ਦੇਵ ਜੀ ਦਾ ਵਿਆਖਿਆ ਦਾ ਸਮਾਂ ਨਹੀਂ। ਤੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸ਼ੁਭ ਸਿੱਖਿਆ ਦਿੱਤੀ ਹੈ। ਕਹਿੰਦੇ ਜਦੋਂ ਮਨ ਨਾਮ ਵਿੱਚ ਜੁੜਦਾ ਉਦੋਂ ਨੀਵਾਂ ਹੋ ਜਾਂਦਾ, ਗੁਰੂ ਦੀ ਤਰਫ ਵੱਲ ਨੂੰ ਝੁਕਦਾ ਹੈ। ਪੁੰਨ ਵਿਵਹਾਰ ਕਰੈ ਜਬ ਧਾਮ। ਮਹਾਰਾਜ ਜਦੋਂ ਘਰ ਦੇ ਵਿਹਾਰ ਕੰਮ ਕਰਦੇ ਹਾਂ ਜਾ ਕੇ, ਜਾਂ ਲੱਗ ਜਾਂਦੇ ਹਾਂ ਕੰਮਾਂ ਧੰਦਿਆਂ ਵਿੱਚ, ਬਿਸਰ ਜਾਤ ਨਹਿ ਚਿਤ ਮੈਂ ਰਹੈ। ਉਹ ਨਾਮ ਭੁੱਲ ਜਾਂਦਾ, ਚਿੱਤ ਵਿੱਚ ਚੇਤੇ ਨਹੀਂ ਰਹਿੰਦਾ। ਭੁੱਲ ਜਾਈਦਾ ਨਾਮ ਨੂੰ, ਸਿਮਰਨ ਨੂੰ, ਉਹ ਯਾਦ ਨਹੀਂ ਰਹਿੰਦਾ ਹੈ। ਸੁਨ ਸਤਿਗੁਰ ਤਿਨ ਸੋ ਤਬ ਕਹੈ। ਉਹਨਾਂ ਦੇ ਪਰਥਾਏ ਫਿਰ ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਕਹਿਣਾ ਕੀਤਾ ਹੈ। ਅਜਹੁ ਤੁਮਾਰੇ ਔਰ ਅਭਿਆਸ। ਸਾਰਾ ਕਹਿੰਦੇ ਅਜੇ ਤੁਹਾਡੇ ਹਿਰਦੇ ਵਿੱਚ ਜਿਹੜਾ ਗੁਰ ਸ਼ਬਦ ਦਾ ਅਭਿਆਸ ਹੈ, ਨਾਮ ਦਾ, ਨਹਿ ਦ੍ਰਿੜ ਭਇਓ ਕਰੋ ਨਿਰਜਾਸ। ਨਿਰਣੇ ਪੂਰਵਕ ਕਹਿੰਦੇ ਵੇਖ ਲਓ, ਅਜੇ ਤੁਹਾਡੇ ਹਿਰਦੇ ਵਿੱਚ ਇਹ ਪ੍ਰਪੱਕ ਨਹੀਂ ਹੋਇਆ। ਦ੍ਰਿੜ ਦਾ ਅਰਥ ਹੁੰਦਾ ਪ੍ਰਪੱਕ, ਐਨ ਪ੍ਰਪੱਕ ਹੋ ਕੇ ਕੋਈ ਗੱਲ ਤੁਸੀਂ ਪੱਕੀ ਚੇਤੇ ਕਰ ਲਈ, ਫਿਰ ਉਹ ਸਾਰੀ ਜ਼ਿੰਦਗੀ ਨਹੀਂ ਭੁੱਲਦੀ। ਕਿਸੇ ਵੀ ਵਿਸ਼ੇ ਨੂੰ, ਕਿਸੇ ਵੀ ਵਿਚਾਰ ਨੂੰ, ਕਿਸੇ ਵੀ ਸਿਧਾਂਤ ਨੂੰ ਜੀਵਨ ਵਿੱਚ ਪੱਕਾ ਕਰਨ ਦਾ ਇੱਕੋ ਇੱਕ ਅਸੂਲ ਹੈ ਕਿ ਉਹਦਾ ਅਭਿਆਸ ਕਰੋ। ਬਸ ਬਾਰ-ਬਾਰ ਉਹਦਾ ਰੱਟਾ ਲਾਓ, ਬਾਰ-ਬਾਰ ਉਹਦਾ ਅਭਿਆਸ ਕਰੋ। ਔਖੀ ਤੋਂ ਔਖੀ ਗੱਲ ਵੀ ਚੇਤੇ ਹੋ ਜਾਂਦੀ ਹੈ, ਔਖੀ ਤੋਂ ਔਖੀ ਵੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਸਿੰਘਾਂ ਨੇ, ਖਜਾਲੇ ਮਹਾਂਪੁਰਖਾਂ ਨੇ ਸਾਰੇ ਸਿੰਘ ਬੁਲਾਏ। ਗੁਰਦੁਆਰਾ ਬਾਬਾ ਰਾਮ ਥੰਮਣ ਸਾਹਿਬ ਵਿਖੇ ਪੁੱਛਿਆ ਵੀ ਕਿਹਦੇ ਕਿਹਦੇ ਪੰਜ ਬਾਣੀਆਂ ਜ਼ੁਬਾਨੀ ਚੇਤੇ ਆ, ਸੱਤ ਬਾਣੀਆਂ ਚੇਤੇ ਆ, ਪੰਜ ਗ੍ਰੰਥੀ ਚੇਤੇ ਆ। ਜਿਨ੍ਹਾਂ ਦੇ ਯਾਦ ਸਨ ਉਹਨਾਂ ਨੂੰ ਮਹਾਂਪੁਰਖਾਂ ਨੇ ਇੱਕ ਪਾਸੇ ਬਿਠਾਇਆ, ਬੜਾ ਸਤਿਕਾਰ ਕੀਤਾ। ਜਿਨ੍ਹਾਂ ਦੇ ਯਾਦ ਨਹੀਂ ਸਨ ਉਹਨਾਂ ਨੂੰ ਪੁੱਛਿਆ, ਕਿਸੇ ਨੇ ਕੋਈ ਕਾਰਨ ਦੱਸਿਆ, ਕਿਸੇ ਨੇ ਕੋਈ। ਮਹਾਂਪੁਰਖ ਕਹਿਣ ਲੱਗੇ ਚੰਗਾ ਭਾਈ ਜਿਹਦੇ ਬਾਣੀ ਯਾਦ ਨਹੀਂ ਹੁੰਦੀ। ਇੱਕ ਸਿੰਘ ਨੇ ਕਿਹਾ ਮੈਨੂੰ ਜਾਪ ਸਾਹਿਬ ਨਹੀਂ ਯਾਦ ਹੁੰਦਾ। ਕਹਿੰਦੇ 2 ਜਾਪ ਸਾਹਿਬ ਦੇ ਰੋਜ਼ ਨਿਤਨੇਮ ਤੋਂ ਇਲਾਵਾ ਪਾਠ ਕਰਿਆ ਕਰ, ਤੇਰੇ ਜਾਪ ਸਾਹਿਬ ਯਾਦ ਹੋ ਜਾਏਗਾ। ਮਹਾਂਪੁਰਸ਼ਾਂ ਦੇ ਬਚਨਾਂ ਦੇ ਵਿੱਚ ਵੀ ਗੁਰੂ ਦੀ ਕਿਰਪਾ ਵਰਤਦੀ ਹੁੰਦੀ ਹੈ। ਕਿਰਪਾ ਗੁਰੂ ਦੀ ਉਹ ਹੁੰਦੀ ਆ, ਉਹਨੂੰ ਹਫ਼ਤੇ ਵਿੱਚ ਜਾਪ ਸਾਹਿਬ ਦਾ ਪਾਠ ਜ਼ਬਾਨੀ ਚੇਤੇ ਹੋ ਗਿਆ। ਔਰ ਸਾਰੇ ਸਿੰਘਾਂ ਨੂੰ ਇਸੇ ਤਰ੍ਹਾਂ ਉਹਨਾਂ ਨੇ ਨਿਯਮ ਦੱਸੇ। ਕਿਸੇ ਨੂੰ 5 ਪਾਠ ਦੱਸੇ, ਕਿਸੇ ਨੂੰ 2 ਦੱਸੇ, ਕਿਸੇ ਨੂੰ ਮਹੀਨਾ ਕਿਹਾ ਇੰਨਾ ਕਰ, ਕਿਸੇ ਨੂੰ 6 ਮਹੀਨੇ ਕਰ। ਸਾਰੇ ਸਿੰਘਾਂ ਨੂੰ ਨਿਤਨੇਮ ਜ਼ਬਾਨੀ ਚੇਤੇ ਕਰਾਇਆ। 5 ਗ੍ਰੰਥੀ ਤੱਕ ਸਿਆਣੇ ਸਿਆਣੇ ਸਿੰਘਾਂ ਨੂੰ ਸਾਰੀ ਚੇਤੇ ਕਰਵਾਈ, ਪ੍ਰੇਰਨਾ ਦੇ ਕੇ ਬਚਨ ਕਰਕੇ। ਸੋ ਭਾਈ ਅਭਿਆਸ ਜਿਹੜਾ ਹੈ ਨਾ, ਉਹੀ ਤੁਹਾਡੇ ਹਿਰਦੇ ਵਿੱਚ ਚੇਤਾ ਸ਼ਕਤੀ ਨੂੰ ਬਲਵਾਨ ਬਣਾਉਂਦਾ।
ਉਹੀ ਚੇਤਾ ਸ਼ਕਤੀ ਨੂੰ ਮਜ਼ਬੂਤ ਕਰਦਾ, ਤਾਕਤ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਅਜੇ ਤੁਹਾਡੇ ਹਿਰਦੇ ਵਿੱਚ ਜਿਹੜਾ ਅਭਿਆਸ ਹੈ ਪੱਕਾ ਨਹੀਂ ਹੋਇਆ ਹੈ। ਅਨਕ ਜਨਮ ਦੁਰਮਤ ਵਿਵਹਾਰਾ। ਮਹਾਰਾਜ ਕਹਿੰਦੇ ਇੱਕ ਜਨਮ ਨਹੀਂ, ਅਨੇਕਾਂ ਜਨਮਾਂ ਦੇ ਵਿੱਚ ਦੁਰਮਤ ਦਾ ਵਿਵਹਾਰ ਕੀਤਾ ਹੈ। ਬੰਦੇ ਦੇ ਇੱਕ ਜਨਮ ਦੀ ਸਾਂਝ ਨਹੀਂ ਹੁੰਦੀ। ਪਤਾ ਨਹੀਂ ਕਿੰਨੇ ਕਿੰਨੇ ਜਨਮ ਤੋਂ ਬੰਦਾ ਜਾ ਕੇ ਫੇਰ ਕਿਤੇ ਮਨੁੱਖਾ ਜਨਮ ਚੰਗੀ ਥਾਂ ਤੇ ਮਿਲਦਾ, ਫੇਰ ਸੰਗਤ ਵਿੱਚ ਆਉਂਦਾ, ਫੇਰ ਬਾਣੀ ਨਾਲ ਜੁੜਦਾ, ਫੇਰ ਕਿਤੇ ਜਾ ਕੇ ਗੁਰਸਿੱਖੀ ਨੂੰ ਪਾ ਕੇ, ਬਾਣੀ ਨੂੰ ਪਾ ਕੇ ਤਾਂ ਕਿਤੇ ਕਲਿਆਣ ਹੁੰਦੀ ਹੈ। ਮਹਾਰਾਜ ਕਹਿੰਦੇ ਵੀ ਬਹੁਤ ਜਨਮਾਂ ਦਾ ਦੁਰਮਤ ਦਾ ਵਿਵਹਾਰ ਹੈ, ਮਨਮਤ ਦਾ। ਉਹ ਐਨ ਮਨ ਵਿੱਚੋਂ ਨਿਕਲਿਆ ਨਹੀਂ। ਸ਼ਾਸਤਰ ਕਹਿੰਦੇ ਆ ਬੰਦੇ ਤੇਰੇ ਜਿਹੜੇ ਸੰਸਕਾਰ ਹੈ ਨਾ, ਸੰਸਕਾਰ ਤੇਰੇ ਸਿਮਰਤੀ ਰੂਪ ਦੇ ਵਿੱਚ ਅਗਲੇ ਜਨਮ ਵਿੱਚ ਵੀ ਨਾਲ ਜਾਂਦੇ ਆ। ਨਾ ਦੇਹ ਜਾਂਦੀ ਹੈ, ਨਾ ਸਰੀਰ ਦਾ ਕੋਈ ਹੋਰ ਹਿੱਸਾ ਜਾਂਦਾ, ਸੰਸਕਾਰ ਜ਼ਰੂਰ ਨਾਲ ਜਾਂਦੇ, ਅਗਲੇ ਜਨਮਾਂ ਤੱਕ ਵੀ ਚਲੇ ਜਾਂਦੇ ਆ, ਨਾਲ ਹੀ ਤੁਰੇ ਜਾਂਦੇ ਆ। ਔਰ ਗੁਰਬਾਣੀ ਦੀ ਵੀ ਅਕੱਟ ਦਲੀਲ ਹੈ, ਜਿਹੀ ਸੁਰਤ ਤੇਹ ਰਾਹੇ ਜਾਏ। ਜਿਹੋ ਜੀ ਸੁਰਤ ਵਿੱਚ ਧਾਰਨਾ, ਖਿਆਲ, ਸੰਕਲਪ ਬਣੇ ਹੋਏ ਆ ਜਾਂ ਵਿੱਚ ਫਸੇ ਹੋਏ ਆ, ਸੁਰਤ ਉਧਰ ਨੂੰ ਲੈ ਕੇ ਇਸ ਜੀਵ ਆਤਮਾ ਨੂੰ ਉਸ ਰਸਤੇ ਤੁਰ ਜਾਂਦੀ ਹੈ। ਇਸ ਕਰਕੇ ਭਾਈ ਇੱਕ ਸੰਸਕਾਰ ਹੈ ਜਿਹੜੇ ਅਗਲੇ ਜਨਮਾਂ ਤੱਕ ਵੀ, ਕਈ ਜਨਮਾਂ ਵਿੱਚ, ਲੱਖਾਂ ਜਨਮਾਂ ਵਿੱਚ ਵੀ ਨਾਲ ਤੁਰੇ ਜਾਂਦੇ ਆ। ਉਹ ਸੰਸਕਾਰ ਹੀ ਮਿਟਣੇ ਆ ਜਿਹੜੇ ਮਾੜੇ ਆ। ਸ਼ੁਭ ਸੰਸਕਾਰਾਂ ਦੇ ਜਰੀਏ ਕਿ ਉਹ ਮਿਟ ਜਾਣ, ਮਨ ਦੇ ਵਿੱਚੋਂ ਨਿਕਲ ਜਾਣ ਵਾਸ਼ਨਾਵਾਂ। ਜੰਤ ਵਾਸ਼ਨਾ ਵਿਆਗਰੀ ਸਰਬ ਖਾਏ, ਯਕ ਸੰਤ ਬਾਟੇ ਜਿਨਾ ਸੱਚ ਹੀਤੇ। ਇਸ ਕਰਕੇ ਅਨੇਕਾਂ ਜਨਮਾਂ ਦੇ ਦੁਨੀਆ ਦੇ ਵਿਵਹਾਰਾਂ ਵਿੱਚ ਲੱਗਣ ਕਰਕੇ ਉਹ ਦੁਰਮਤ ਵਾਲੇ ਜਿਹੜੇ ਸੰਸਕਾਰ ਹੈ ਨਾ, ਸੰਕਲਪ ਹੈ, ਖਿਆਲ ਮਨ ਵਿੱਚੋਂ ਜਾਂਦੇ ਨਹੀਂ ਹਨ। ਸੋ ਅਭਿਆਸ ਬਲੀ ਔਰ ਧਾਰਾ। ਉਹਨਾਂ ਵਿਹਾਰਾਂ ਦਾ ਅਭਿਆਸ ਬੜਾ ਬਲਪੂਰਵਕ ਹਿਰਦੇ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਹਿਰਦੇ ਨੇ, ਮਨ ਨੇ ਉਹਨੂੰ ਗ੍ਰਹਿਣ ਕਰਕੇ ਰੱਖਿਆ ਹੋਇਆ ਹੈ। ਤਿੰਨ ਤਰ੍ਹਾਂ ਦੇ ਕਰਮ ਹੈ ਨਾ, ਕਿਰੇਮਾਨ ਕਰਮ, ਸੰਚਿਤ ਕਰਮ, ਪ੍ਰਾਰਬਧ ਕਰਮ। ਸੰਚਿਤ ਕਰਮਾਂ ਦੇ ਖਜ਼ਾਨੇ ਵਿੱਚ ਉਹ ਜਾ ਕੇ ਬਹਿ ਜਾਂਦੇ ਆ ਔਰ ਮਨ ਉਹਨਾਂ ਨੂੰ ਖਿੱਚੀ ਜਾਂਦਾ। ਜਿਵੇਂ ਚੁੰਬਕ ਲੋਹੇ ਨੂੰ ਖਿੱਚ ਲੈਂਦੀ ਐ, ਐਵੇਂ ਮਨ ਉਹਨਾਂ ਨੂੰ ਖਿੱਚੀ ਜਾਂਦਾ ਔਰ ਆਪਣੇ ਵੱਲ ਲਾਈ ਜਾਂਦਾ। ਕਿਉਂ ਖਿੱਚ ਕੇ ਉਹਨੇ ਆਪਣੇ ਕੋਲੇ ਜਮ੍ਹਾਂ ਕਰਕੇ ਰੱਖ ਲਏ। ਔਰ ਫਿਰ ਜਦੋਂ ਅਖੀਰ ਦਾ ਉੜਕ ਦਾ ਸਮਾਂ ਆਉਂਦਾ, ਉਹ ਸੰਸਕਾਰ ਉਗੜ ਆਉਂਦੇ ਆ। ਜਦੋਂ ਸਾਹਮਣੇ ਆ ਜਾਂਦੇ ਆ, ਫਿਰ ਜਿਹੋ ਜਿਹਾ ਸੰਸਕਾਰ ਉਹੋ ਜੀ ਜੂਨ ਮਿਲ ਜਾਂਦੀ ਆ, ਅੱਗੇ ਉਹੋ ਜੀ ਥਾਂ ਨੂੰ ਤੁਰ ਜਾਂਦਾ। ਇਸ ਕਰਕੇ ਭਾਈ ਗੁਰਬਾਣੀ ਨਾਮ ਦਾ ਅਭਿਆਸ, ਇਹ ਅਭਿਆਸ ਹੀ ਕਰਨਾ ਪਏਗਾ। ਬਿਨਾਂ ਅਭਿਆਸ ਤੋਂ ਗੱਲ ਨਹੀਂ ਬਣੇਗੀ। ਕਰਨਾ ਹੀ ਪੈਂਦਾ ਹੈ, ਕਰਨ ਤੋਂ ਹੀ ਗੱਲ ਬਣਦੀ ਹੈ। ਉਹ ਫੁਰਨੇ, ਉਹ ਸੰਸਕਾਰ ਸਾਡੇ ਮਿਟ ਜਾਣ, ਮਾੜੇ ਜਿਹੜੇ ਆ, ਪਾਪ ਕਰਮ ਮਿਟ ਜਾਣ। ਸ਼ੁਭ ਕਰਮ ਜਿਹੜੇ ਆ ਉਹਨਾਂ ਵਿੱਚ ਮਨ ਐਨ ਚੰਗੀ ਤਰ੍ਹਾਂ ਦ੍ਰਿੜ ਹੋ ਜਾਏ, ਉਹਨਾਂ ਦਾ ਰੰਗ ਚੜ ਜਾਏ, ਮਨ ਦੀਆਂ ਵਾਸ਼ਨਾਵਾਂ ਮਿਟ ਜਾਣ ਜਿਹੜੀਆਂ ਭੈੜੀਆਂ ਹਨ। ਇਸ ਕਰਕੇ ਬਲਪੂਰਵਕ ਕਹਿੰਦੇ ਮਨ ਉਹਨਾਂ ਨੂੰ ਚੰਗੀ ਤਰ੍ਹਾਂ ਧਾਰਨ ਕੀਤਾ ਹੋਇਆ ਹੈ। ਗੁਰੂ ਸ਼ਬਦ ਮੈਂ ਆਪੇ ਅਭਿਆਸਾ। ਮਹਾਰਾਜ ਕਹਿੰਦੇ ਹੁਣ ਗੁਰ ਸ਼ਬਦ ਦਾ ਜਿਹੜਾ ਅਭਿਆਸ ਆ ਉਹਦੇ ਵਿੱਚ ਹੁਣ ਤੁਸੀਂ ਲੱਗੇ ਹੋ, ਅਭਿਆਸ ਕਰਦੇ ਹੋ। ਭਇਓ ਅਲਪ ਹੀ ਨਹੀਂ ਪ੍ਰਕਾਸ਼ਾ। ਅਜੇ ਥੋੜਾ ਚਿਰ ਹੀ ਹੋਇਆ, ਅਜੇ ਤਾਂ ਪ੍ਰਕਾਸ਼ ਵੀ ਨਹੀਂ ਹੋਇਆ। ਕਹਿੰਦੇ ਅੰਦਰ ਅਭਿਆਸੀਆਂ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋਣ ਲੱਗ ਜਾਂਦਾ। ਹੌਲੀ ਹੌਲੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਕਿ ਜਦੋਂ ਉਹ ਅਭਿਆਸ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਗੁਰਸਿੱਖਾਂ ਦੇ ਜਦੋਂ ਚੱਲ ਪੈਂਦਾ ਨਾ, ਤਾਂ ਉਹਨਾਂ ਨੂੰ ਬਾਹਰੀ ਰੂਪ ਦੇ ਵਿੱਚ ਵੀ ਉਹਦੇ ਦਰਸ਼ਨ ਹੋਣ ਲੱਗ ਜਾਂਦੇ। ਇੱਕ ਬਾਬਾ ਸਾਧੂ ਸਿੰਘ ਜੀ ਬਿਹੇੜ ਦੇ ਹੋਏ, ਮਹਾਂਪੁਰਖ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਦੇ ਨਾਲ ਰਹਿੰਦਿਆਂ ਮੈਂ ਉਹਨਾਂ ਦੇ ਦਰਸ਼ਨ ਕੀਤੇ।
ਉਹ ਸਾਰਾ ਦਿਨ ਗੁਟਕੇ ਤੋਂ ਬਾਣੀ ਪੜ੍ਹਦੇ ਰਹਿੰਦੇ ਸਨ। ਜਦੋਂ ਅੰਮ੍ਰਿਤ ਵੇਲੇ ਤੋਂ ਉੱਠਣਾ, ਸੌਣ ਤੱਕ ਬਾਣੀ ਉਹਨਾਂ ਨੇ ਪੜ੍ਹਦੇ ਰਹਿਣਾ। ਉਹ ਕਹਿੰਦੇ ਮੇਰੀ ਕੋਈ ਪ੍ਰਰਬਧ ਮਾੜੀ ਸੀ, ਮੈਂ ਮੂਲ ਮੰਤਰ ਦਾ ਅਭਿਆਸ ਇੱਕ ਕਮਰੇ ਵਿੱਚ ਘੜਾ ਜਲ ਦਾ ਰੱਖ ਕੇ, ਛੋਲੇ ਰੱਖ ਕੇ ਕਰਨ ਲੱਗ ਪਿਆ। ਰਾਤ ਨੂੰ 12 ਵਜੇ ਬਾਹਰ ਨਿਕਲ ਕੇ ਕਿਰਿਆ ਕਰਕੇ ਇਸ਼ਨਾਨ ਕਰਕੇ ਆ ਜਾਣਾ। ਅਭਿਆਸ ਕਰਦਿਆਂ ਕਰਦਿਆਂ ਕਹਿੰਦੇ ਐਸਾ ਹੋਣਾ, ਸਾਰੇ ਕਮਰੇ ਵਿੱਚ ਕੰਧਾਂ ਤੇ ਛੱਤਾਂ ਤੇ ਮੈਨੂੰ ਮੂਲ ਮੰਤਰ ਦੇ ਦਰਸ਼ਨ ਹੋਣ ਲੱਗ ਪਏ। ਔਰ ਉਹ ਮੂਲ ਮੰਤਰ ਵੀ ਨਾਨਕ ਹੋਸੀ ਭੀ ਸੱਚ ਤੱਕ ਜਪਦੇ ਸਨ, ਪੂਰਾ ਪਾਠ ਕਰਦੇ ਸਨ। ਇਹ ਤਾਂ ਮਨਮਤੀਆਂ ਨੇ ਮੂਲ ਮੰਤਰ ਦੀ ਸ਼ਕਤੀ ਘਟਾਉਣ ਵਾਸਤੇ ਕਿਸੇ ਮੰਤਰ ਦੀ, ਜਿਵੇਂ ਵਿਸ਼ਵਾਮਿੱਤਰ ਨੇ ਸਾਧ ਸੰਗਤ ਜੀ ਗਾਇਤਰੀ ਮੰਤਰ ਜਪਿਆ। ਸਮਾਂ ਤਾਂ ਥੋੜਾ ਲੱਗੇਗਾ, ਪਰ ਵਿਚਾਰ ਕਦੇ ਕਦੇ ਮਹਾਰਾਜ ਸੰਪੂਰਨ ਕਰਾਉਂਦੇ ਆ ਸੰਗਤ ਦੀ ਕਿਰਪਾ ਨਾਲ। ਉਹਨੇ ਵਸਿਸ਼ਠ ਮੁਨੀ ਦਾ 101 ਪੁੱਤਰ ਮਾਰ ਦਿੱਤਾ, ਕਤਲ ਕਰ ਦਿੱਤਾ। ਔਰ ਕਤਲ ਵੀ ਇੰਨੀ ਇੱਕ ਗੱਲ ਪਿੱਛੇ ਕੀਤਾ, ਜਦੋਂ ਵਿਸ਼ਵਾਮਿੱਤਰ ਆਇਆ ਕਰੇ ਵਸਿਸ਼ਠ ਮੁਨੀ ਦੇ ਆਸ਼ਰਮ ਤੇ, ਉਹ ਕਿਹਾ ਕਰਨ ਆਓ ਰਾਜ ਰਿਸ਼ੀ ਜੀ। ਰਾਜ ਰਿਸ਼ੀ ਕਿਹਾ ਕਰਨ, ਸ਼ਸਤਰ ਧਾਰੀ, ਹੋਰ ਲਿਬਾਸ ਰਾਜਿਆਂ ਵਾਲਾ ਦੇਖ ਕੇ ਗੁੱਸੇ ਵਿੱਚ ਜਾਂਦੇ ਨੇ, ਇੱਕ ਪੁੱਤਰ ਵੜ ਦੇਣਾ, ਤਲਵਾਰ ਮਾਰ ਕੇ, ਤੀਰ ਮਾਰ ਕੇ। ਇੰਨਾ ਕ੍ਰੋਧ ਆਉਣਾ, ਕਹਿੰਦਾ ਮੈਨੂੰ ਬ੍ਰਹਮ ਰਿਸ਼ੀ ਕਿਉਂ ਨਹੀਂ ਕਿਹਾ। ਹੁਣ ਵਸਿਸ਼ਠ ਜੀ ਇੱਕ ਦਿਨ ਸੋਚਦੇ ਆ ਕਿ ਇਹਨੇ ਮੇਰਾ 100 ਪੁੱਤਰ ਮਾਰਤਾ, ਇਹਨੂੰ ਪਾਪ ਹੀ ਨਹੀਂ ਲੱਗਾ। ਪਾਪੀ ਬੰਦੇ ਦਾ ਮਸਤਕ, ਪਾਪੀ ਬੰਦੇ ਦੇ ਚਿਹਰੇ ਤੋਂ ਦਾ ਅਕਸ ਦਿਖਾਈ ਦੇਣ ਲੱਗ ਜਾਂਦਾ ਵੀ ਇਹ ਪਾਪ ਆਤਮਾ। ਪਾਪੀ ਬੰਦੇ ਦੇ ਅਕਸ ਤੋਂ ਪਤਾ ਲੱਗ ਜਾਏਗਾ ਕਿ ਪਾਪ ਆਤਮਾ ਹੈ, ਪਰ ਚਿਹਰੇ ਤੇ ਉਹੀ ਤੇਜ ਉਹਦੇ ਵਿਸ਼ਵਾਮਿੱਤਰ ਦੇ। ਬੰਦਾ ਇੱਕ ਕਿਸੇ ਜੀ ਹੱਤਿਆ ਕਰ ਦੇਵੇ, ਪਾਪ ਕਰ ਦੇ, ਤਾਂ ਉਹ ਕਰੋਨਾ ਜਨਮ ਨਹੀਂ ਉਹਦਾ ਹਿਸਾਬ ਸਿਰ ਤੋਂ ਲੈਂਦਾ। ਤੇ ਇਹਨੇ ਮੇਰਾ 100 ਪੁੱਤਰ ਮਾਰਿਆ, ਇਹਨੂੰ ਕੋਈ ਪਾਪ ਨਹੀਂ ਲੱਗਾ। ਵਸਿਸ਼ਠ ਜੀ ਨੇ ਪਤਾ ਕੀਤਾ ਵੀ ਇਹ ਗਾਇਤਰੀ ਮੰਤਰ ਦਾ ਜਪ ਕਰਦਾ, ਉਹਦੇ ਨਾਲ ਇਹ ਪਾਪ ਆਪਣਾ ਨਿਵਰਤ ਕਰ ਲੈਂਦਾ। ਗੁਰਬਾਣੀ ਚ ਆਉਂਦਾ ਨਾ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੇਕਰ ਠੇਗਾ ਤਗੜੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਇਹ ਸਾਰੀ ਇਹ ਸ਼ਬਦ ਦੀ ਵਿਆਖਿਆ ਹੈ। ਜੇ ਕਦੇ ਅਰਥ ਭਾਵ ਵਿਚਾਰ ਲਾਉਣੀ ਹੋਣ, ਇਹ ਵਿਚਾਰ ਉੱਥੇ ਲਾਇਓ। ਲੋਧਾ ਨਾਮ ਵਸਿਸ਼ਠ ਦਾ ਖੇਤ, ਗ੍ਰਸਤੀ ਦੀ ਖੇਤੀ ਕੀ ਆ, ਉਹਦੇ ਬੱਚੇ, ਉਹਦੀ ਸੰਤਾਨ ਹੈ ਨਾ। ਹੋਰ ਗ੍ਰਸਤੀ ਦੀ ਕਿਹੜੀ ਖੇਤੀ ਹੈ ਭਾਈ? ਉਹਦੀ ਖੇਤੀ, ਉਹਦੇ ਬੱਚੇ ਖਾ ਗਿਆ, ਸਾਰੇ ਮਾਰ ਗਿਆ, ਪਾਪ ਨਹੀਂ ਲੱਗਾ। ਫਿਰ ਵਸਿਸ਼ਠ ਨੇ ਗਾਇਤਰੀ ਮੰਤਰ ਜਿਹੜਾ ਸੀ ਉਹਦੇ ਵਿੱਚੋਂ ਕੁਝ ਸ਼ਬਦ ਤੋੜੇ, ਉਹਨੂੰ ਖੰਡਿਤ ਕੀਤਾ। ਖੰਡਿਤ ਕਰਨ ਦੇ ਨਾਲ ਜਦੋਂ ਵਿਸ਼ਵਾਮਿੱਤਰ ਪੜਿਆ ਕਰੇ, ਗੱਲ ਨਾ ਬਣੇ। ਉਹਨੇ ਫਿਰ ਗਾਇਤਰੀ ਮੰਤਰ ਖੰਡਿਤ ਕਰ ਦਿੱਤਾ ਵਸਿਸ਼ਠ ਨੇ, ਕਿ ਜਿਹੜਾ ਗਾਇਤਰੀ ਮੰਤਰ ਜਪੇਗਾ, ਕੋਈ ਪਾਪ ਕਰੇਗਾ, ਉਹਦੇ ਪਾਪ ਧੋਣ ਵਿੱਚ, ਦੂਰ ਕਰਨ ਵਿੱਚ ਇਸ ਮੰਤਰ ਵਿੱਚ ਸ਼ਕਤੀ ਨਹੀਂ ਰਹੇਗੀ। ਮੰਤਰ ਨੂੰ ਖੰਡਿਤ ਕਰਨ ਦਾ ਭਾਵ ਹੁੰਦਾ। ਮੰਤਰ ਖੰਡਿਤ ਕਰ ਦਿੱਤਾ, ਉਹਦੀਆਂ ਮਾਤਰਾ ਤੋੜ ਦਿੱਤੀਆਂ। ਮੰਤਰ ਉਹ ਫਿਰ ਸੰਗਤ ਦੀ ਸ਼ਕਤੀਹੀਣ ਹੋ ਜਾਂਦਾ। ਮੂਲ ਮੰਤਰ ਨੂੰ ਵੀ ਖੰਡਿਤ ਕਰ ਦਿੱਤਾ। ਸਾਡੇ ਕੁਝ ਚੌਧਰੀਆਂ ਨੇ, ਉਹ ਨਾਸਤਿਕ ਲੋਕਾਂ ਨੇ ਕੀਤਾ, ਜਿਹੜੇ ਨਹੀਂ ਚਾਹੁੰਦੇ ਕਿ ਪੂਰੀ ਸ਼ਕਤੀ ਬਾਣੀ ਚੋਂ, ਨਾਮ ਵਿੱਚੋਂ ਮਿਲੇ। ਉਹਨਾਂ ਨੇ ਖੰਡਿਤ ਕਿੱਥੋਂ ਤੱਕ ਕਰਤਾ? ਕਹਿੰਦੇ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ, ਖੰਡਿਤ ਕਰਤਾ। ਵਾਹਿਗੁਰੂ ਸ਼ਬਦ ਨੂੰ ਵੀ ਖੰਡਿਤ ਕੀਤਾ ਪਸੌੜੀਆਂ ਨੇ। ਹਾਹੇ ਦੀ ਸਿਹਾਰੀ ਕੱਟ ਕੇ ਵਾਹਿਗੁਰੂ ਕਰ ਦਿੱਤਾ ਉਹਨਾਂ ਨੇ। ਉਦਾਹਰਣ ਇੱਕੋ ਹੀ ਦੇ ਦਿੱਤੀ, ਸੇਵਕ ਹੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਉਹ ਤਾਂ ਸਤਿਗੁਰੂ ਜੀ ਨੇ ਵਾਹਿਗੁਰੂ ਸ਼ਬਦ ਦੀ ਵਿਆਖਿਆ ਕੀਤੀ ਹੈ। ਗੁਰਮੰਤਰ ਤਾਂ ਬਾਬੇ ਨੂੰ ਕੰਨਾ, ਹਾਹੇ ਨੂੰ ਸਿਹਾਰੀ, ਗੱਗੇ ਨੂੰ ਔਂਕੜ, ਰਾਰੇ ਨੂੰ ਦਲੈਂਕੜੇ ਨਾਲ ਹੀ ਪੂਰਾ ਬਣਦਾ ਵਾਹਿਗੁਰੂ। ਪਰ ਪਸੌੜੀਆਂ ਨੇ ਖੰਡਿਤ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਹਿੰਦੇ ਰਾਗਮਾਲਾ ਕੱਢ ਦਿਓ,
ਬਾਣੀ ਨੂੰ ਸ਼ਕਤੀਹੀਣ ਕਰੋ। ਇਹ ਕਰਮ ਵੀ ਭਸੌੜੀਆਂ ਨੇ ਕੀਤਾ। ਦਸਮ ਦੀ ਬਾਣੀ ਉੱਤੇ ਵੀ ਉਂਗਲ ਚੁੱਕੀ। ਦਸਮ ਦੀ ਬਾਣੀ ਨਾਲ ਗੁਰਸਿੱਖਾਂ ਦੇ ਵਿੱਚ ਵੀਰ ਰਸ ਪੈਦਾ ਹੋਣਾ ਸੀ। ਧਰਮ ਦੇ ਯੁੱਧ ਨਾਲ, ਧਰਮ ਦੇ ਜੰਗਾਂ ਦੀ ਸ਼ਕਤੀ ਅੰਦਰ ਪੈਦਾ ਹੋਣੀ ਸੀ। ਜ਼ੁਲਮ ਦੇ ਖਿਲਾਫ ਲੜਨ ਵਾਸਤੇ ਉਸ ਉੱਤੇ ਸ਼ੰਕਾ ਪੈਦਾ ਕਰ ਦਿੱਤੀ। ਅੰਮ੍ਰਿਤ ਦੀ ਮਰਿਆਦਾ ਨੂੰ ਖੰਡਿਤ ਕਰ ਦਿੱਤਾ। ਜਿਹੜਾ ਮੰਤਰ ਭਾਈ ਸ਼ਕਤੀਹੀਣ ਹੋ ਜਾਏ, ਖੰਡਿਤ ਹੋ ਜਾਏ, ਉਹਦੇ ਵਿੱਚ ਸ਼ਕਤੀ ਨਹੀਂ ਰਹਿੰਦੀ। ਇੱਕ ਲਗ ਮਾਤਰ ਵੀ ਕਿਸੇ ਮੰਤਰ ਦੀ ਥੋੜੀ ਰਹਿ ਜਾਏ, ਉਹ ਫਲ ਦੇਣ ਤੋਂ ਹੀਣਾ ਹੋ ਜਾਂਦਾ। ਉਹਨੂੰ ਕਹਿੰਦੇ ਮੰਤਰ ਸ਼ਕਤੀ ਤੋਂ ਹੀਣਾ ਹੈ। ਇਹਦੇ ਵਿੱਚ ਹੁਣ ਪਾਵਰ ਨਹੀਂ ਰਹੀ, ਸ਼ਕਤੀ ਨਹੀਂ ਰਹੀ। ਇਸ ਕਰਕੇ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ। ਵਾਹਿਗੁਰੂ ਮੰਤਰ ਹਾਏ ਨੂੰ ਸਿਹਾਰੀ ਲਾ ਕੇ ਬਾਣੀ ਪੂਰੀ ਜੋ ਗੁਰੂ ਸਾਹਿਬਾਨ ਨੇ ਦਿੱਤੀ ਹੈ, ਉਹਦੇ ਵਿੱਚ ਕੋਈ ਵੀ ਵਾਦ ਘਾਟ ਨਹੀਂ ਕਦੇ ਭੁੱਲ ਕੇ ਵੀ ਕਰਨੀ। ਉਹ ਬਾਬਾ ਜੀ ਕਹਿੰਦੇ ਆਪ ਮੁਖਾਰਬਿੰਦ ਤੋਂ ਬੜਾ ਸੰਕੋਚਵਾਂ ਵਿਰਾਗੀ ਜੀਵਨ ਸੀ ਸਾਦਾ। ਕਹਿੰਦੇ ਮੈਨੂੰ ਕੰਧਾਂ ਤੇ ਵੀ ਮੂਲ ਮੰਤਰ ਦੇ ਦਰਸ਼ਨ, ਔਰ ਫਿਰ ਉਹਨਾਂ ਅੱਖਰਾਂ ਦੇ ਵਿੱਚੋਂ ਮੈਨੂੰ ਪ੍ਰਕਾਸ਼ ਦੇ ਦਰਸ਼ਨ ਹੋਣੇ। ਇਹ ਅਭਿਆਸੀਆਂ ਨੂੰ ਐਸੀਆਂ ਬਖਸ਼ਿਸ਼ਾਂ। ਮਹਾਰਾਜ ਵੀ ਇੱਥੇ ਕਹਿੰਦੇ ਅਜੇ ਦ੍ਰਿੜ ਅਭਿਆਸ, ਕਹਿੰਦੇ ਭਇਓ ਅਲਪੀ ਨਹੀਂ ਪ੍ਰਕਾਸ਼ਾ। ਅਜੇ ਪ੍ਰਕਾਸ਼ ਨਹੀਂ ਹੋਇਆ ਅੰਦਰ। ਪ੍ਰਕਾਸ਼ ਦੇ ਮਾਇਨੇ ਇੱਕ ਹੋਰ ਵੀ ਹੈ। ਜਦੋਂ ਅੰਦਰ ਗੁਰ ਸ਼ਬਦ ਦਾ, ਬਾਣੀ ਦਾ, ਨਾਮ ਦਾ ਅਭਿਆਸ ਕਰਨ ਲੱਗ ਜਾਓ ਤਾਂ ਸਾਧ ਸੰਗਤ ਜੀ ਅੰਦਰ ਪ੍ਰਕਾਸ਼ ਕੀ ਹੋਣਾ, ਅੰਦਰੋਂ ਪਾਪ ਮਿਟਣੇ ਸ਼ੁਰੂ ਹੋ ਜਾਂਦੇ ਆ, ਬੁਰੇ ਸੰਕਲਪ ਮਿਟਣੇ ਸ਼ੁਰੂ ਹੋ ਜਾਂਦੇ ਆ, ਸ਼ੁਭ ਗੁਣ ਅੰਦਰ ਆਉਣ ਲੱਗ ਜਾਂਦੇ। ਇਹ ਪ੍ਰਕਾਸ਼ ਹੁੰਦਾ। ਇਕਾਗਰਤਾ ਆ ਜਾਣੀ, ਇਹ ਪ੍ਰਕਾਸ਼ ਹੈ। ਰਸ ਆਉਣ ਲੱਗ ਜਾਣਾ, ਇਹ ਪ੍ਰਕਾਸ਼ ਹੈ। ਆਨੰਦ ਆਉਣ ਲੱਗ ਜਾਣਾ, ਇਹ ਵੀ ਪ੍ਰਕਾਸ਼ ਹੈ। ਤੇ ਬਾਹਰਲਾ ਪ੍ਰਕਾਸ਼ ਵੀ ਗੁਰਮੁਖਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਵੀ ਨਜ਼ਾਰੇ ਹੋ ਜਾਂਦੇ ਆ। ਭਾਈ ਗੁਰਦੇਵ ਸਿੰਘ ਜੀ ਦੱਸਿਆ ਕਰਦੇ, ਕਹਿੰਦੇ ਛੋਟੇ ਹੁੰਦੇ ਸੰਤ ਬਾਬਾ ਜਰਨੈਲ ਸਿੰਘ ਜੀ ਪੰਜ ਗ੍ਰੰਥੀ ਦਾ ਪਾਠ ਕਰਦੇ ਸਨ। ਇੱਕ ਦਿਨ ਲਾਈਟ ਚਲੀ ਗਈ ਤੇ ਪ੍ਰਕਾਸ਼ ਹੋ ਗਿਆ ਗੁਰਬਾਣੀ ਦਾ। ਇੱਕ ਇੱਕ ਅੱਖਰ ਜਿਵੇਂ ਤਾਰੇ ਜਗਦੇ ਐ ਜਗਣ ਲੱਗ ਪਏ। ਤੇ ਵੱਡੇ ਸੰਤਾਂ ਨੇ ਆ ਕੇ ਦੱਸਿਆ ਜੀ ਅੱਜ ਅਚਰਜ ਕੌਤਕ ਦੇਖਿਆ ਹੈ। ਸਾਰੀ ਵਾਰਤਾ ਦੱਸੀ, ਲੰਮਾ ਸਮਾਂ ਨਾ ਲੈ ਕੇ ਜਾਵਾਂ। ਤਾਂ ਫਿਰ ਮਹਾਂਪੁਰਖ ਕਹਿਣ ਲੱਗੇ ਭਾਈ ਜਰਨੈਲ ਸਿਆਂ, ਜੇ ਇਸ ਪ੍ਰਕਾਸ਼ ਨੂੰ ਅਜਰ ਰੂਪ ਨੂੰ ਜਰ ਕੇ ਰੱਖੇਗਾ ਨਾ, ਇੱਕ ਦਿਨ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਤੇਰੇ ਹਿਰਦੇ ਵਿੱਚ ਗੁਰੂ ਸਾਹਿਬ ਕਰ ਦੇਣਗੇ। ਕੋਟ ਸੂਰ ਨਾਨਕ ਪ੍ਰਕਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੈਂ ਅੱਗੇ ਨਹੀਂ ਜਾਣਾ ਚਾਹੁੰਦਾ, ਸਮਾਂ ਬਹੁਤ ਹੋ ਗਿਆ। ਫਿਰ ਰਹਿਰਾਸ ਸਾਹਿਬ ਦਾ ਪਾਠ ਵੀ ਕਰਨਾ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਇਹ ਪ੍ਰਸੰਗ ਫਿਰ ਅੱਗੇ ਕੱਲ ਤੋਂ ਹੀ ਸ਼ੁਰੂ ਕਰਾਂਗੇ। ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਸੰਗਤ ਜੀ ਲੰਗਰ ਤੁਹਾਡਾ ਹੀ ਹੈ ਤੇ ਸ਼ਹੀਦਾਂ ਦੀ ਯਾਦ ਵਿੱਚ ਆ, ਉਹਨਾਂ ਸ਼ਹੀਦਾਂ ਦੀ ਮਹਾਂਪੁਰਖਾਂ ਦੀ ਉਹ ਬਰਕਤ ਹੈ। ਇਸ ਕਰਕੇ ਤੁਸੀਂ ਸਾਰਿਆਂ ਨੇ ਅਰਦਾਸ ਤੋਂ ਉਪਰੰਤ ਦੇਗ ਲੈ ਕੇ ਲੰਗਰ ਛਕ ਕੇ ਜਾਣਾ। ਮੈਂ ਰੋਮ ਰੋਮ ਕਰਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਮਹਾਂਪੁਰਖਾਂ ਦੇ ਆਗਮਨ ਦਿਹਾੜੇ ਦੀ ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਔਰ ਸਾਧ ਸੰਗਤ ਜੀ ਇਹ ਖਿਆਲ ਜ਼ਰੂਰ ਰੱਖੋ ਕਿ ਆਪਣੇ ਚਿਹਰੇ ਬੰਨ੍ਹ ਕੇ ਰੱਖੋ, ਥੋੜੀ ਦੂਰੀ ਬਣਾ ਕੇ ਰੱਖੋ। ਆਪਾਂ ਭੁੱਲ ਜਾਂਦੇ ਆ, ਢਿਲਾਈ ਕਰਦੇ ਆ, ਢਿਲਾਈ ਨਾ ਕਰੋ। ਸਾਰੀ ਸੰਗਤ ਨੂੰ, ਸਿੰਘਾਂ ਨੂੰ, ਬੀਬੀਆਂ ਨੂੰ ਬੇਨਤੀ ਹੈ ਚਿਹਰੇ ਜ਼ਰੂਰ ਸਜਾ ਕੇ ਰੱਖੋ ਜਾਂ ਦੂਰੀ ਬਣਾ ਕੇ ਰੱਖੋ। ਜੋ ਡਾਕਟਰ ਸਾਹਿਬਾਨਾਂ ਦੀ ਹਦਾਇਤ ਹੈ ਉਸ ਦਾ ਪਾਲਣ ਇਸ ਮਹਾਮਾਰੀ ਵਿੱਚ ਆਪਾਂ ਜ਼ਰੂਰ ਕਰੀਏ। ਮੇਰੀਆਂ ਬੇਨਤੀਆਂ ਤੁਸੀਂ ਸਵੀਕਾਰ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਗੁਰੂ ਸ਼ਬਦ ਮਹਿ ਆਵੇ ਅਭਿਆਸਾ, ਭਇਓ ਅਲਪ ਹੀ ਨਹੀਂ ਪ੍ਰਕਾਸ਼ਾ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾਭਿਆਨ
ਨਾਨਕ ਪਾਰ ਉਤਾਰ। हे अच्युत हे पार ब्रह्म अविनाशी अगनाश। हे पूरन हे सर्वमय दुख भंजन गुणतास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे है पी हो बनहार। हे संत है कै सदा संग निधारा आधार। हे ठाकुर हों दासरो मैं निर्गुण गुण नहीं कोई। नानक दीजै नाम दान राखो ही परोए। आए प्रभ शरणागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सोतरे पार। जो सरदा कर सेम दे गुर पार उतारन हार। श्री वाहिगुरु नाम जहाज है चढ़े सोतरे पार। जो सरदा कर सेम दे गुर पार उतारन हार। वाहिगुरु जी का खालसा वाहिगुरु जी की फतेह।